ਸਤਿ ਸ਼੍ਰੀ ਅਕਾਲ ਜੀ। ਮੈਂ ਹਰਪਿੰਦਰ ਜਤਵਿੰਦਰ ਗਰੇਵਾਲ ਦੇ ਨਾਲ ਪਹੁੰਚੇ ਹਾਂ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ। ਭਾਰਤ ਦੇ ਅਲੱਗ-ਅਲੱਗ ਖੇਤਰਾਂ ਦੇ ਵਿੱਚੋਂ ਇੱਥੇ ਬੱਚੇ ਪੜ੍ਹਨ ਦੇ ਲਈ ਆਉਂਦੇ ਨੇ ਔਰ ਵੱਡੀਆਂ ਮੱਲਾਂ ਮਾਰ ਕੇ ਜਾਂਦੇ ਨੇ। ਸੋ ਇੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜੋ ਅਸੀਂ ਇੱਥੇ ਅੱਜ ਤੁਹਾਨੂੰ ਦਿਖਾਵਾਂਗੇ, ਇੱਕ ਮਿਊਜ਼ੀਅਮ ਫੋਟੋ ਗੈਲਰੀ ਹੈ ਜੋ ਕਿ ਬਹੁਤ ਹੀ ਲਾਜਵਾਬ ਬਣਾਈ ਹੋਈ ਹੈ। ਸੋ ਅਸੀਂ ਇੱਥੋਂ ਦੇ ਜਿਹੜੇ ਪ੍ਰੋਫੈਸਰ ਸਾਹਿਬਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਉਹਨਾਂ ਤੋਂ ਜਾਣਕਾਰੀ ਪ੍ਰਾਪਤ ਕਰਾਂਗੇ। ਪ੍ਰੋਫੈਸਰ ਮਨੀਸ਼ ਕਪੂਰ ਜੀ ਨੇ। ਸਰ, ਤੁਹਾਡਾ ਸਾਡੇ ਸਟ੍ਰਿੰਗ ਨਿਊਜ਼ ਦੇ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ। ਸਭ ਤੋਂ ਪਹਿਲਾਂ ਤਾਂ ਅਸੀਂ ਇੱਥੋਂ ਦੇ ਜਿਹੜੇ ਮਿਊਜ਼ੀਅਮ ਹੈ ਉਹਦੇ ਬਾਰੇ ਜਾਣਕਾਰੀ ਲਵਾਂਗੇ ਕਿ ਕੀ ਇੱਥੇ ਸਾਨੂੰ ਸਿੱਖਣ ਨੂੰ ਮਿਲ ਸਕਦਾ ਹੈ। ਜਿਹੜੇ ਨੇ ਦੂਰੋਂ ਦੂਰੋਂ ਬੱਚੇ ਆਉਂਦੇ ਨੇ, ਸਾਨੂੰ ਇੱਥੇ ਕੀ ਦੇਖਣ ਨੂੰ ਅਤੇ ਸਿੱਖਣ ਨੂੰ ਮਿਲੂਗਾ। ਹਾਂਜੀ ਸਰ, ਅਸੀਂ ਪਹਿਲਾਂ ਕਿੱਥੋਂ ਸ਼ੁਰੂਆਤ ਕਰੀਏ? ਅਸੀਂ ਇਸ ਵੇਲੇ ਜਿੱਥੇ ਖੜ੍ਹੇ ਹਾਂ ਇਹ ਮਿਊਜ਼ੀਅਮ ਹੈ। ਇਸ ਬਿਲਡਿੰਗ ਦੇ ਵਿੱਚ ਇੱਕ ਪਹਿਲੇ ਗਰਾਊਂਡ ਫਲੋਰ ਦੇ ਉੱਤੇ ਮਿਊਜ਼ੀਅਮ ਹੈ, ਫਸਟ ਫਲੋਰ ਦੇ ਉੱਤੇ ਹਰਬੇਰੀਅਮ ਹੈ ਅਤੇ ਉਸ ਤੋਂ ਉੱਪਰ ਫੋਟੋ ਗੈਲਰੀ ਹੈ। ਜਿਹੜਾ ਮਿਊਜ਼ੀਅਮ ਅਤੇ ਹਰਬੇਰੀਅਮ ਹੈ ਇਹ ਇੰਟਰਨੈਸ਼ਨਲੀ ਰੈਕੋਗਨਾਈਜ਼ਡ ਨੇ ਜੀ। ਇੰਟਰਨੈਸ਼ਨਲ ਬਿਊਰੋ ਆਫ ਪਲਾਂਟ ਟੈਕਸੋਨੋਮੀ ਨੀਦਰਲੈਂਡਸ ਨੇ ਇਹਨੂੰ ਇੱਕ ਐਬਰੀਵੇਸ਼ਨ ਦਿੱਤੀ ਹੋਈ ਹੈ PUN। ਸੋ ਬੋਟਨੀ ਵਿਭਾਗ ਦੇ ਵਿੱਚ ਜਾਂ ਆਸ-ਪਾਸ ਦੇ ਰੀਜਨ ਦੇ ਵਿੱਚ ਜਿਹੜੇ ਬੋਟਨੀ ਪੜ੍ਹਦੇ ਨੇ, ਵਨਸਪਤੀ ਵਿਗਿਆਨ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ, ਉਹ ਜੋ ਵੀ ਪੌਦਿਆਂ 'ਤੇ ਰਿਸਰਚ ਕਰਦੇ ਨੇ ਉਸ ਪੌਦੇ ਦਾ ਸਪੈਸੀਮਨ ਇੱਕ ਜਗ੍ਹਾ 'ਤੇ ਜਮ੍ਹਾਂ ਹੋਣਾ ਹੁੰਦਾ। ਉਹਦੀ ਇੱਕ ਰੈਪੋਜ਼ੀਟਰੀ ਹੈ ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੈ। ਇਹਨੂੰ ਅਸੀਂ PUN ਕਹਿੰਦੇ ਹਾਂ, PUN, ਜੋ ਇਹਨੂੰ ਇੱਕ ਐਬਰੀਵੇਸ਼ਨ ਦਿੱਤੀ ਇੰਟਰਨੈਸ਼ਨਲ ਲੈਵਲ ਦੇ ਉੱਤੇ। ਜੇ ਤੁਸੀਂ PUN ਨੂੰ ਗੂਗਲ 'ਤੇ ਵੀ ਸਰਚ ਕਰੋਗੇ ਤਾਂ ਤੁਸੀਂ ਇੰਟਰਨੈਸ਼ਨਲ ਸਾਡੇ ਰੈਪੋਜ਼ੀਟਰੀ 'ਤੇ ਪਹੁੰਚ ਜਾਓਗੇ। ਇਹ ਫਿਜ਼ੀਕਲ ਫਾਰਮ 'ਚ ਵੀ ਹੈ ਅਤੇ ਇੱਕ ਵਰਚੁਅਲ ਫਾਰਮ 'ਚ ਵੀ ਹੈ। ਅਸੀਂ ਇਹਦਾ ਕਿਉਂਕਿ ਕੋਵਿਡ ਟਾਈਮ ਦੇ ਵਿੱਚ ਲੋਕ ਆ ਹੀ ਨਹੀਂ ਸੀ ਸਕਦੇ ਇੱਥੇ, ਅਤੇ ਅਸੀਂ ਇਹਨੂੰ ਇੱਕ ਵਰਚੁਅਲ ਫਾਰਮ ਦੇ ਵਿੱਚ ਵਰਚੁਅਲ ਹਰਬੇਰੀਅਮ ਬਣਾ ਤਾ। ਇਹਦੇ 'ਚ ਅਸੀਂ ਜਿਹੜੇ ਪੌਦੇ ਨੇ ਜਾਂ ਜਿਹੜੇ ਫਲ ਨੇ ਜਾਂ ਕੋਈ ਐਸੀਆਂ ਚੀਜ਼ਾਂ ਨੇ, ਪੱਤੇ ਨੇ ਜਿਹੜੇ ਕਿ ਅਸੀਂ ਮਤਲਬ ਸੰਭਾਲ ਕੇ ਸ਼ੀਟ 'ਤੇ ਨਹੀਂ ਪੇਸਟ ਕੀਤੇ ਹੋਏ, ਅਸੀਂ ਉਹਨਾਂ ਨੂੰ ਐਜ਼ ਇਟ ਇਜ਼ 3D ਸਟਰਕਚਰ 'ਚ ਸੰਭਾਲ ਕੇ ਰੱਖਣਾ ਹੈ, ਫਾਰਮੈਲਡੀਹਾਈਡ ਸੋਲਿਊਸ਼ਨ ਦੇ 'ਚ ਜਾਂ ਉਹਨਾਂ ਨੂੰ ਵੈਸੇ ਸੁਕਾ ਕੇ, ਅਤੇ ਉਹ ਅਸੀਂ ਇਸ ਮਿਊਜ਼ੀਅਮ 'ਚ ਰੱਖਿਆ ਹੋਇਆ। ਇੱਕ ਬੰਦੇ ਦੀ ਲਾਈਫ ਦੇ ਵਿੱਚ, ਚਾਹੇ ਉਹ ਇਨਸਾਨ ਹੈ ਚਾਹੇ ਉਹ ਜਾਨਵਰ ਹੈ, ਸਾਡੀ ਜਿਹੜੀ ਪ੍ਰਕਿਰਤੀ ਹੈ ਉਹਦਾ ਬਹੁਤ ਹੀ ਮਹੱਤਵ ਹੈ। ਸੋ ਅਸੀਂ ਇੱਥੋਂ ਸ਼ੁਰੂਆਤ ਕਰਾਂਗੇ। ਸਰ, ਇਹ ਜਿਹੜੇ ਤੁਸੀਂ ਲੀਵਸ ਨੇ ਅਸੀਂ ਦੇਖ ਸਕਦੇ ਹਾਂ, ਕਿਉਂਕਿ ਸਾਨੂੰ ਇੰਨੀ ਨੌਲੇਜ ਨਹੀਂ ਹੈਗੀ ਇਸ ਚੀਜ਼ ਬਾਰੇ, ਤੁਸੀਂ ਕਿਵੇਂ ਇਹਦੀ ਪ੍ਰੀਕਾਸ਼ਨਸ ਕੀਤੀਆਂ ਹੋਈਆਂ ਅਤੇ ਕੀ ਮਹੱਤਵ ਕੀ ਹੈ ਇਹਨਾਂ ਦਾ? ਇਹਨਾਂ ਨੂੰ ਪ੍ਰੀਜ਼ਰਵ ਕਰਨ ਦਾ ਮਹੱਤਵ ਹੈ ਟੈਕਸੋਨੋਮਿਕ ਐਂਗਲ ਤੋਂ। ਹੁਣ ਇਹ ਜਿਹੜੇ ਤੁਸੀਂ ਸਾਰੇ ਦੇਖ ਰਹੇ ਹੋ ਸ਼ੋਕੇਸਿਸ ਲੱਗੇ ਹੋਏ ਨੇ, ਟ੍ਰਿਡੋਫਾਈਟਸ ਨੇ, ਜਿਨ੍ਹਾਂ ਨੂੰ ਅਸੀਂ ਪੰਜਾਬੀ ਦੇ ਵਿੱਚ ਜਾਂ ਕਾਮਨਲੀ ਫਰਨ ਕਹਿ ਦਿੰਦੇ ਹਾਂ ਜੀ। ਇਹ ਫਰਨ ਫੈਮਿਲੀ ਦੇ ਮੈਂਬਰਸ ਨੇ। ਇਹ ਅਸੀਂ ਦੂਰੋਂ ਦੂਰੋਂ ਪਹਾੜਾਂ ਤੋਂ ਕਲੈਕਟ ਕਰਕੇ ਅਸੀਂ ਉਹਨਾਂ ਨੂੰ ਇੱਥੇ ਪ੍ਰੀਜ਼ਰਵ ਕੀਤਾ ਹੈ। ਸ਼ਾਇਦ ਤੁਹਾਨੂੰ ਇਹ ਦਿਖ ਰਿਹਾ ਹੋਵੇਗਾ ਵੀ ਕੁਛ ਪੂਰੇ ਦੇ ਪੂਰੇ ਪੌਦੇ ਵੀ ਇੱਥੇ ਪਏ ਨੇ, ਜੜੋਂ ਸਮੇਤ। ਹੁਣ ਜਿਹੜਾ ਬੱਚਾ ਸਾਡੇ ਕੋਲ ਇੱਥੇ ਬੋਟਨੀ ਪੜ੍ਹ ਰਿਹਾ, ਜਿਹਨੇ ਟ੍ਰਿਡੋਫਾਈਟ ਦੇ ਉੱਤੇ ਕੰਮ ਕਰਨਾ, ਹੁਣ ਉਹ ਬਾਰ-ਬਾਰ ਪਹਾੜ 'ਤੇ ਨਹੀਂ ਜਾਏਗਾ। ਉਹਨੇ ਕੋਈ ਉਹਦਾ ਫੀਚਰ ਦੇਖਣਾ ਉਸ ਪੌਦੇ ਦਾ, ਅਤੇ ਉਸ ਫੀਚਰ ਨੂੰ ਦੇਖਣ ਵਾਸਤੇ ਉਹ ਇੱਥੇ ਹੀ ਦੇਖ ਲਏਗਾ। ਤੁਸੀਂ ਇਹਨਾਂ ਪੌਦਿਆਂ ਦੇ ਜਿਹੜੇ ਪਿਛਲੇ ਪਾਸੇ ਦੇ ਪੱਤੇ ਨੇ ਉਹਨਾਂ ਦੇ ਤੁਸੀਂ ਦੇਖੋਗੇ ਕੋਈ ਨਾ ਕੋਈ ਸਪੌਟਸ ਬਣੇ ਹੋਏ ਨੇ। ਇਹ ਜਿਹੜੇ ਸਪੌਟਸ ਨੇ ਇਹ ਸੁਰਾਈ ਹੁੰਦੇ ਨੇ ਜੀ। ਇਹਨਾਂ ਦੀ ਜਿਹੜੀ ਪਹਿਚਾਣ ਹੈ ਫਰਨ ਦੀ, ਇਹ ਸੁਰਾਈ ਦੇ ਬੇਸ 'ਤੇ ਹੁੰਦੀ ਹੈ। ਆਪਣੇ ਕਲਾਈਮੇਟ 'ਚ ਜੇ ਅਸੀਂ ਇਹਨਾਂ ਨੂੰ ਗਰੋ ਵੀ ਕਰਦੇ ਹਾਂ, ਬੋਟੈਨੀਕਲ ਗਾਰਡਨ 'ਚ ਸਾਡੇ ਕੋਲ ਗਰੋ ਵੀ ਕਰ ਰਹੇ ਨੇ, ਬਟ ਇਹ ਇੱਥੇ ਰਿਪਰੋਡਕਟਿਵ ਫੇਜ਼ 'ਚ ਨਹੀਂ ਆਉਂਦੇ। ਸੋ ਸਾਨੂੰ ਇਹਨਾਂ ਨੂੰ ਰਿਪਰੋਡਕਟਿਵ ਫੇਜ਼ 'ਚੋਂ ਲਿਆਉਣ ਵਾਸਤੇ ਸਾਨੂੰ ਪਹਾੜਾਂ 'ਚੋਂ ਦੀ ਜਾ ਕੇ ਇਹਨਾਂ ਨੂੰ ਕਲੈਕਟ ਕਰਕੇ ਹੀ ਲੈ ਕੇ ਆਉਣਾ ਪੈਂਦਾ। ਫਰੈਸ਼ ਜਿਹਨਾਂ ਨੂੰ ਕਹਿ ਸਕਦੇ ਹਾਂ। ਬਿਲਕੁਲ। ਅਤੇ ਅਸੀਂ ਇਹਨਾਂ ਨੂੰ ਆ ਕੇ ਇੱਥੇ ਪ੍ਰੀਜ਼ਰਵ ਕਰਦੇ ਹਾਂ, ਅਤੇ ਜਿਹੜੇ ਇੱਥੋਂ ਦੇ ਬੱਚੇ ਜਿਹੜੇ ਕੰਮ ਕਰ ਰਹੇ ਨੇ, ਜਿਹੜੇ ਰਿਸਰਚ ਸਕਾਲਰਸ ਨੇ, ਉਹ ਇਹਨਾਂ ਦੀ ਟੈਕਸੋਨੋਮਿਕ ਸਟੱਡੀਜ਼ ਇੱਥੇ ਹੀ ਬੈਠ ਕੇ ਕਰਦੇ ਨੇ। ਸੋ ਇੱਕ ਸਰ ਜ਼ਹਿਨ ਦੇ ਵਿੱਚ ਜ਼ਰੂਰ ਸਵਾਲ ਆਉਂਦਾ ਕਿ ਜਿਹੜੇ ਇਹ ਮਤਲਬ ਫਰੇਮਿੰਗ ਕੀਤੀ ਹੋਈ ਹੈ, ਬਹੁਤ ਸੋਹਣੇ ਤੁਸੀਂ ਪ੍ਰੀਜ਼ਰਵ ਕਰਕੇ ਰੱਖੇ ਹੋਏ ਨੇ, ਜਿੰਨੇ ਵੀ ਬੂਟੇ ਨੇ ਜਾਂ ਲੀਵਸ ਨੇ, ਤੁਹਾਡੇ ਜ਼ਹਿਨ ਦੇ ਵਿੱਚ ਕਿਵੇਂ ਆਇਆ ਕਿ ਵੀ ਆਪਾਂ ਇਹਨੂੰ ਇੱਦਾਂ ਵੀ ਕਰ ਸਕਦੇ ਹਾਂ? ਇਹ ਮੇਰੇ ਜ਼ਹਿਨ 'ਚ ਨਹੀਂ, ਸਾਡੇ ਜਿਹੜੇ ਡਿਪਾਰਟਮੈਂਟ ਦੇ ਫਾਊਂਡਰ ਹੈੱਡ ਹੈਗੇ ਸੀ ਡਾਕਟਰ SS ਬੀਰ, ਜਿਨ੍ਹਾਂ ਨੇ ਇਸ ਡਿਪਾਰਟਮੈਂਟ ਨੂੰ ਸਟਾਰਟ ਕੀਤਾ ਸੀ, ਇਹ ਉਹਨਾਂ ਦੇ ਜ਼ਹਿਨ 'ਚ ਆਇਆ ਕਿਉਂਕਿ ਉਹਨਾਂ ਨੇ ਦੇਖਿਆ ਕਿ ਵੀ ਇੱਥੇ ਬਹੁਤ ਸਾਰੇ ਲੋਕ ਜਾਂ ਅਸੀਂ ਵੀ ਦੂਰ ਦੂਰ ਹੋਰ ਜਗ੍ਹਾ 'ਤੇ ਜਾ ਕੇ ਉਹਨਾਂ ਦੇ ਹਰਬੇਰੀਅਮ ਮਿਊਜ਼ੀਅਮ ਨੂੰ ਕੰਸਲਟ ਕਰਦੇ ਸੀ। ਐਂਡ ਸਭ ਤੋਂ ਵੱਡਾ ਜਿਹੜਾ ਹਰਬੇਰੀਅਮ ਮਿਊਜ਼ੀਅਮ ਹੈ ਦੈਟ ਇਜ਼ ਆਫ ਕਿਊ ਗਾਰਡਨ ਲੰਡਨ। ਲੋਕ ਲੰਡਨ ਜਾਂਦੇ ਸੀ, ਉਹਨਾਂ ਨੇ ਕਿਹਾ ਕਿਉਂ ਨਾ ਅਸੀਂ ਆਪਣੇ ਏਰੀਆ ਦਾ ਮਿਊਜ਼ੀਅਮ ਹੀ ਕਿੱਥੇ ਸਟਾਰਟ ਕਰੀਏ। ਸੋ ਇਹ ਉਹਨਾਂ ਦੀ ਸੋਚ ਸੀ ਜੀ। ਅਸੀਂ ਇੱਥੇ ਸਾਡੇ ਕੋਲ ਕਈ ਤਰ੍ਹਾਂ ਦੇ ਫੋਸਿਲ ਪਏ ਨੇ ਜਿਹੜੇ ਕਿ ਬਹੁਤ ਪੁਰਾਣੇ ਨੇ। ਮੈਂ ਤੁਹਾਨੂੰ ਜਿਵੇਂ ਉਹਦੇ 'ਚੋਂ ਇੱਕ ਫੋਸਿਲ ਦਿਖਾ ਰਿਹਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਅਸੀਂ ਫੋਸਿਲ ਦੇ 'ਚ ਕੱਢਦੇ ਕੀ ਪਏ ਹਾਂ। ਤੁਸੀਂ ਅਗਰ ਧਿਆਨ ਨਾਲ ਦੇਖੋਗੇ ਇਸ ਪੱਥਰ ਦੇ ਉੱਤੇ ਪੱਤੇ ਦੇ ਨਿਸ਼ਾਨ ਪਏ ਹੋਏ ਨੇ। ਇਹ ਜਿਹੜੇ ਪੱਤੇ ਦੇ ਨਿਸ਼ਾਨ ਨੇ ਇਹ ਇੱਕ ਫਰਨ ਹੈ, ਟ੍ਰਿਡੋਫਾਈਟ ਹੈ, ਜਿਹੜਾ ਹੁਣ ਨਹੀਂ ਮਿਲਦਾ, ਲੇਕਿਨ ਜਿਸ ਜ਼ਮਾਨੇ 'ਚ ਸੀ ਉਹ ਇਹਦੇ 'ਚ ਰਹਿ ਗਿਆ ਪੱਥਰ ਦੇ ਵਿੱਚ, ਉਹ ਸੈਡੀਮੈਂਟੇਸ਼ਨ ਹੁੰਦੀ ਰਹੀ, ਅਤੇ ਅੱਜ ਅਸੀਂ ਇਹਨੂੰ ਕਲੈਕਟ ਕਰਕੇ ਆਪਣੇ ਇਹਦੇ 'ਚ ਰੱਖਿਆ ਹੈ। ਸਾਡੇ ਕੋਲ ਘੱਟ ਤੋਂ ਘੱਟ 200 ਤੋਂ ਉੱਤੇ ਫੋਸਿਲ ਪਏ ਨੇ। ਹੁਣ ਤੁਹਾਨੂੰ ਮੈਂ ਇੱਕ ਹੋਰ ਫੋਸਿਲ ਦਿਖਾਉਂਦਾ ਜਿਹਦੇ 'ਤੇ
ਤੁਸੀਂ ਦੇਖੋਗੇ ਕਿ ਜਿਹੜੇ ਦਰਖਤ ਦਾ ਜਿਹੜਾ ਤਣਾ ਹੈ ਉਹ ਪੱਥਰ ਬਣ ਚੁੱਕਾ। ਇਹ ਦੇਖੋ ਜੀ, ਇਹ ਇੱਕ ਜਿਮਨੋਸਪਰਮ ਦਾ ਤਣਾ ਹੈ ਜਿਹੜਾ ਕਿ ਪੱਥਰ ਬਣ ਚੁੱਕਾ। ਇਹਨੂੰ ਅਗਰ ਤੁਸੀਂ ਚੁੱਕ ਕੇ ਦੇਖੋਗੇ ਤਾਂ ਬਹੁਤ ਪੂਰੇ ਪੱਥਰ ਵਰਗਾ ਹੈਵੀ ਹੈ ਜੀ। ਇਹ ਦਰਖਤ ਦਾ ਤਣਾ ਹੈ ਜੀ, ਜਿਮਨੋਸਪਰਮ ਦੇ ਦਰਖਤ ਦਾ। ਸੋ ਇੱਥੋਂ ਦੇ ਜਿਹੜੇ ਜੈਮਸ ਨੇ, ਚਾਹੇ ਉਹ ਪ੍ਰੋਫੈਸਰ ਸਾਹਿਬਾਨ ਨੇ, ਚਾਹੇ ਜਿਨ੍ਹਾਂ ਨੇ ਵੀ ਇਸ ਚੀਜ਼ ਦੀ ਖੋਜ ਕੀਤੀ ਹੈ, ਉਹ ਇੱਕ ਹੀਰਾ ਹੀ ਹੀਰੇ ਨੂੰ ਤਰਾ ਸਕਦਾ। ਸੋ ਉਹ ਚੀਜ਼ਾਂ ਪਈਆਂ ਨੇ ਕਿ ਜੋ ਸਾਡੇ ਨੌਲੇਜ ਤੋਂ ਬਾਹਰ ਨੇ ਚੀਜ਼ਾਂ। ਸੋ ਹੋਰ ਵੀ ਅਸੀਂ ਡਿਟੇਲ ਦੇ ਵਿੱਚ ਪੁੱਛਾਂ। ਹੁਣ ਅੱਗੇ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਮਿਨਰਲ ਓਰਸ। ਜਿਵੇਂ ਤੁਸੀਂ ਦੇਖਿਆ ਹੋਵੇਗਾ ਕਿ ਵੀ ਜਿਹੜਾ ਜ਼ਿੰਕ ਹੈਗਾ, ਹਿੰਦੁਸਤਾਨ 'ਚ ਜ਼ਿੰਕ ਕੱਢਿਆ ਜਾਂਦਾ ਹੈ, ਉਹ ਜਿੱਥੋਂ ਕੱਢਿਆ ਜਾਂਦਾ ਹੈ ਉੱਥੋਂ ਦੇ ਓਰਸ ਨੇ ਜੀ ਇੱਥੇ ਸਾਡੇ ਕੋਲ। ਇਹ ਹੁਣ ਜ਼ਿੰਕ ਦਾ ਓਰ ਹੈ, ਸ਼ਾਇਦ ਤੁਹਾਨੂੰ ਇਹ 'ਚ ਦਿਖ ਵੀ ਰਿਹਾ ਹੋਵੇਗਾ। ਇਹ ਜਿਹੜਾ ਚਮਕ ਰਿਹਾ ਅੰਦਰ ਹਿੱਸਾ, ਇਹ 'ਚੋਂ ਜ਼ਿੰਕ ਕੱਢਿਆ ਜਾਂਦਾ ਜੀ। ਇਸੇ ਤਰ੍ਹਾਂ ਸਾਡੇ ਕੋਲ ਮੈਂਗਨੀਜ਼ ਦੇ ਓਰ ਪਏ ਨੇ। ਇਹ ਮੈਂਗਨੀਜ਼ ਦਾ, ਇਹ ਦੇਖੋ ਜੀ, ਇਹ ਕਾਲੇ ਰੰਗ ਦਾ ਓਰ ਹੈ ਜੀ, ਮੈਂਗਨੀਜ਼ ਦਾ ਓਰ ਹੈ। ਇਹਦੇ 'ਚੋਂ ਮੈਂਗਨੀਜ਼ ਕੱਢਿਆ ਜਾਂਦਾ ਜੀ। ਐਲੂਮੀਨੀਅਮ ਦੇ ਓਰ ਨੇ, ਕੁਆਰਟਜ਼ ਦੇ ਓਰ ਨੇ, ਕੋਲਾ ਹੈ, ਜਿਪਸਮ ਹੈ ਐਂਡ ਲੋਹਾ ਜਿੱਥੋਂ ਕੱਢਿਆ ਜਾਂਦਾ। ਇਹ ਸ਼ਾਇਦ ਤੁਹਾਨੂੰ ਇਹ 'ਚ ਦਿਖ ਵੀ ਰਿਹਾ ਹੋਵੇਗਾ, ਜੰਗਾਲ ਲੱਗਿਆ ਹੋਇਆ ਜੀ। ਲੋਹੇ ਨੂੰ ਜਿਵੇਂ ਆਪਣੇ ਪੇ ਨੂੰ ਜੰਗਾਲ ਲੱਗ ਜਾਂਦਾ, ਉਸੇ ਤਰ੍ਹਾਂ ਇਸ ਪੱਥਰ ਦੇ ਵਿੱਚ ਜਿਹੜਾ ਓਰ ਹੈ, ਇਹ 'ਚ ਵੀ ਜੰਗਾਲ ਲੱਗ ਗਿਆ ਜੀ, ਹਵਾ ਦੇ ਨਾਲ, ਕਿਉਂਕਿ ਰਿਐਕਸ਼ਨ ਹੁੰਦਾ ਰਹਿੰਦਾ ਹੈ, ਹਵਾ 'ਚ ਆਪਣੇ ਮੋਇਸਚਰ ਹੁੰਦਾ ਹੈ। ਇੱਕ ਸਾਨੂੰ, ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਓ ਕਿ ਜਿਹੜੀ ਤੁਸੀਂ ਇਹ ਲੈਬੋਰੇਟਰੀਜ਼ ਦੇ ਵਿੱਚ ਦੇਖਦੇ ਹੋ, ਕਿੱਥੇ ਤੁਸੀਂ ਇਸ ਨੂੰ ਦੇਖਦੇ ਹੋ ਕਿ ਵੀ ਕਿਵੇਂ ਪਤਾ ਲੱਗਦਾ, ਆਪਾਂ ਨੂੰ ਜਸਟੀਫਾਈ ਕਿਵੇਂ ਕਰਦੇ? ਦੇਖ ਰਹੇ ਹੋ ਜਿਹੜਾ ਇਸ ਮਿਊਜ਼ੀਅਮ ਦੇ ਵਿੱਚ ਜਿੰਨੇ ਵੀ ਸਪੈਸੀਮਨ ਨੇ, ਅਸੀਂ ਕੋਈ ਵੀ ਸਪੈਸੀਮਨ ਖਰੀਦ ਕੇ ਨਹੀਂ ਲੈ ਕੇ ਆਂਦਾ। ਜਾਂ ਤਾਂ ਇਹ ਐਕਸਚੇਂਜ ਬੇਸਿਸ 'ਤੇ ਸਾਡੇ ਕੋਲ ਆਇਆ, ਜਾਂ ਅਸੀਂ ਖੁਦ ਕਲੈਕਟ ਕੀਤਾ ਅਤੇ ਜਾਂ ਸਾਨੂੰ ਕਿਸੇ ਨੇ ਗਿਫਟ ਕੀਤਾ। ਸੋ ਇਹ ਜਿਹੜੇ ਓਰਸ ਦੇ ਸਪੈਸੀਮਨਸ ਨੇ, ਇਹ ਜਿਓਲੋਜੀਕਲ ਸਰਵੇ ਆਫ ਇੰਡੀਆ ਕੈਲਕਟਾ ਨੇ ਸਾਨੂੰ ਗਿਫਟ ਕੀਤੇ ਸੀ, ਉਹ ਇੱਥੇ ਪਏ ਨੇ ਜੀ। ਇਸੇ ਤਰ੍ਹਾਂ ਸਾਡੇ ਕੋਲ ਦੁਨੀਆ ਦਾ ਜਿਹੜਾ ਸਭ ਤੋਂ ਸੌਫਟ ਓਰ ਮਿਨਰਲ ਹੈ, ਦੈਟ ਇਜ਼ ਟੈਲਕ, ਜਿੱਥੋਂ ਅਸੀਂ ਟੈਲਕਮ ਪਾਊਡਰ ਯੂਜ਼ ਕਰਦੇ ਹਾਂ। ਗਰਮੀਆਂ ਦੇ ਵਿੱਚ ਅਸੀਂ ਪਾਊਡਰ ਲਗਾਉਂਦੇ ਹਾਂ, ਉਹ ਟੈਲਕਮ ਪਾਊਡਰ ਹੁੰਦਾ। ਸੋ ਟੈਲਕ ਜਿਹੜਾ ਹੈ, ਇਹ ਸਾਡੇ ਕੋਲ ਸਭ ਤੋਂ ਸੌਫਟੈਸਟ ਹੈ ਜੀ ਇਸ ਧਰਤੀ 'ਤੇ। ਜਿਹੜੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਖੋਜ ਕਰਦੇ ਨੇ, ਕਿ ਸਾਡੇ ਸਟੂਡੈਂਟਸ ਵੀ ਹੁੰਦੇ ਨੇ ਜਾਂ ਕਿਹੜਾ ਡਿਪਾਰਟਮੈਂਟ ਆ ਉਹ ਜਿਹੜਾ ਖੋਜ ਕਰਦਾ? ਇਹ ਸਾਡੇ ਸਟੂਡੈਂਟਸ ਜਿਹੜੇ ਸਾਡੇ ਕੋਲ ਇੱਥੇ PhD ਕਰ ਰਹੇ ਨੇ ਜਾਂ ਕੋਈ ਰਿਸਰਚ ਐਸੋਸੀਏਟ ਹੈ, ਉਹੀ ਇਹਦੇ 'ਤੇ ਸਾਰੀ ਖੋਜ ਕਰਦੇ ਨੇ ਜੀ। ਐਂਡ ਬਹੁਤ ਸਾਰੇ ਇਹ 'ਚ ਤੁਸੀਂ ਜਿਹੜੇ ਸਪੈਸੀਮਨਸ ਦੇਖੋਗੇ, ਅਸੀਂ ਹੁਣੇ ਉੱਪਰ ਵੀ ਜਾਵਾਂਗੇ ਹਰਬੇਰੀਅਮ 'ਚ, ਉੱਥੇ ਜਿੰਨੇ ਵੀ ਸਪੈਸੀਮਨਸ ਨੇ ਸਾਰੇ ਹੀ ਰਿਸਰਚ ਸਕਾਲਰਸ, ਇਸੇ ਡਿਪਾਰਟਮੈਂਟ ਦੇ ਰਿਸਰਚ ਸਕਾਲਰ ਨੇ ਇਕੱਠੇ ਕਰਕੇ ਲੈ ਕੇ ਆਉਂਦੇ ਨੇ, ਜਾਂ ਟੀਚਰਸ ਲੈ ਕੇ ਆਉਂਦੇ ਨੇ ਜਾਂ ਸਕਾਲਰਸ ਲੈ ਕੇ ਆਉਂਦੇ ਨੇ। ਜਿਵੇਂ ਅਸੀਂ ਟੀਵੀ ਚੈਨਲਸ ਦੇ ਉੱਤੇ ਵੀ ਦੇਖਦੇ ਹਾਂ, ਜਿਵੇਂ ਡਿਸਕਵਰੀ ਦੇ ਵਿੱਚ ਵੀ ਦੇਖਦੇ ਹਾਂ ਕਿ ਜਿਹੜੇ ਸਟੂਡੈਂਟਸ ਹੁੰਦੇ ਨੇ ਜਾਂ ਲੋਕ ਹੁੰਦੇ ਨੇ, ਜਾਂਦੇ ਨੇ ਉਹ ਬਾਹਰ, ਕਿ ਸਾਡੇ ਸਟੂਡੈਂਟਸ ਵੀ ਇੱਦਾਂ ਹੀ ਬਾਹਰ ਜਾਂਦੇ ਨੇ? ਬਿਲਕੁਲ ਜੀ, ਸਾਡੇ ਸਟੂਡੈਂਟਸ ਵਾਸਤੇ, ਇੱਕ ਜਿਹੜੇ ਬੱਚੇ MSc ਕਰਦੇ ਨੇ ਉਹਨਾਂ ਵਾਸਤੇ ਹਰ ਸਾਲ ਇੱਕ ਹਫ਼ਤੇ ਦਾ ਟ੍ਰਿਪ ਪਹਾੜਾਂ ਦੇ ਉੱਤੇ ਜਾਂ ਜੰਗਲਾਂ ਦੇ ਵਿੱਚ ਅਸੀਂ ਟੀਚਰਸ ਲੈ ਕੇ ਜਾਂਦੇ ਹਾਂ। MSc 'ਚ ਅਸੀਂ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਹਾਂ ਕਿ ਵੀ ਤੁਸੀਂ ਕਿਵੇਂ ਨੇਚਰ ਦੇ ਪਲਾਂਟਸ ਨੂੰ ਆਇਡੈਂਟੀਫਾਈ ਕਰਨਾ ਹੈ, ਕਿਵੇਂ ਤੁਸੀਂ ਵੈਜੀਟੇਸ਼ਨ ਸਟੱਡੀਜ਼ ਕਰਨੀ ਹੈ, ਉਹ ਅਸੀਂ MSc 'ਚ ਤੇ ਅਸੀਂ ਟ੍ਰੇਨਿੰਗ ਦਿੰਦੇ ਹਾਂ। ਬਟ ਉਸ ਤੋਂ ਬਾਅਦ ਜਦੋਂ ਉਹ PhD 'ਚ ਆਉਂਦੇ ਨੇ, ਉਹ ਬੱਚੇ ਖੁਦ ਜਾਂਦੇ ਨੇ, ਕਲੈਕਟ ਕਰਦੇ ਨੇ, ਕੱਲੀਆਂ ਲੋਕੈਲਿਟੀਜ਼ ਦੇ ਵਿੱਚ ਦੇਖਦੇ ਨੇ ਕਿ ਵੀ ਕਿਹੜੀ ਨਵੀਂ ਚੀਜ਼ ਹੈ। ਉਹ ਹੁਣ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਉਹਨੂੰ, ਯੂਜੂਲੀ ਪਹਿਲੇ ਕੀ ਹੁੰਦਾ ਸੀ, ਲੋਕ ਨਾ ਉਖਾੜ ਕੇ ਲਿਆਉਂਦੇ ਸੀ। ਹੁਣ ਅਸੀਂ ਕਹਿੰਦੇ ਹਾਂ ਵੀ ਕੰਜ਼ਰਵ ਕਰੀਏ, ਕਿਉਂਕਿ ਜੇ 100 ਬੱਚਾ ਜਾਏਗਾ ਅਤੇ ਉੱਥੇ ਜੇ 100 ਹੀ ਬੂਟਾ ਹੈ ਅਤੇ ਤੁਸੀਂ ਸਾਰੇ ਲਿਆਉਂਦੇ, ਉੱਥੇ ਬਚੇ ਹੀ ਕੁਛ ਨਹੀਂ। ਇਸ ਲਈ ਅਸੀਂ ਉਹਨੂੰ ਕੰਜ਼ਰਵ ਕਰਨ ਵਾਸਤੇ ਉਹਦੇ ਕੁਛ ਸਪੈਸੀਮਨਸ ਹੀ ਲੈ ਕੇ ਆਉਂਦੇ ਹਾਂ, ਤਾਂ ਕਿ ਉਹ ਕੰਜ਼ਰਵ ਵੀ ਰਵੇ ਨੇਚਰ 'ਚ। ਜਿਹੜਾ ਮੈਂ ਤੁਹਾਨੂੰ ਅਗਲਾ ਸਪੈਸੀਮਨ ਮੈਂ ਇਸ ਮਿਊਜ਼ੀਅਮ ਦਾ ਦਿਖਾਉਣ ਲੱਗਾ, ਜਿਹੜਾ ਬਹੁਤ ਇੰਪੋਰਟੈਂਟ ਹੈ, ਉਹ ਹੈ ਭੋਜ ਪੱਤਰ। ਜਿਹੜਾ ਦਰਖਤ ਹੈ ਉਹਦੀ ਛਾਲ। ਐਂਡ ਤੁਹਾਨੂੰ ਜਾਣ ਕੇ ਬੜੀ ਹੈਰਾਨੀ ਹੋਏਗੀ, ਜਿਹੜੇ ਆਪਣੇ ਵੇਦ ਨੇ, 5 ਦੇ 5 ਵੇਦ, ਉਹ ਭੋਜ ਪੱਤਰ ਦੀ ਛਾਲ 'ਤੇ ਛਪੇ ਹੋਏ ਨੇ ਜੀ, ਉਸ ਇਹਦੇ 'ਤੇ ਲਿਖੇ ਗਏ ਸੀ। ਐਂਡ ਇਹ ਦੇਖੋ, ਇਹਨੂੰ ਜਿਵੇਂ ਇੱਕ ਕਾਗਜ਼ ਨੂੰ ਰੋਲ ਕੀਤਾ ਹੁੰਦਾ ਹੈ, ਉਂਝ ਹੀ ਇਹ ਰੋਲ ਕੀਤਾ ਹੋਇਆ ਜੀ। ਐਂਡ ਉਹ ਵੀ ਵੇਦ ਜਿਹੜੇ ਨੇ ਇੰਝ ਹੀ ਰੋਲ ਕੀਤੇ ਹੋਏ ਨੇ। ਐਂਡ ਇਹ ਖਰਾਬ ਨਹੀਂ ਹੁੰਦੀ, ਸਾਲੋਂ ਸਾਲ। ਇਹ ਬਹੁਤ ਪੁਰਾਣੀ ਛਾਲ ਹੈ ਜਿਹੜੀ ਸਾਡੇ ਕੋਲ ਪਈ ਹੈ। ਐਂਡ ਸਾਲੋਂ ਸਾਲ ਹੋ ਗਏ ਨੇ ਇਹਨੂੰ ਸਾਡੇ ਕੋਲ ਇੱਥੇ ਆਪਣੇ ਸਪੈਸੀਮਨ ਦੇ ਵਿੱਚ ਰੱਖਿਆ ਹੋਇਆ। ਇਹ ਹੋਏਗਾ ਜੀ ਘੱਟ ਤੋਂ ਘੱਟ 100 ਸਾਲ ਤੋਂ ਉੱਪਰ ਦਾ ਪੁਰਾਣਾ ਹੋਏਗਾ। ਇਹ ਛਾਲ ਜਿਹੜੀ ਹੈ ਸਾਡੇ ਕੋਲ ਪਈ, ਕਿਦੋਂ ਉਤਾਰੀ ਸੀ ਉਹ ਸਾਨੂੰ ਨਹੀਂ ਇੱਥੇ ਪਤਾ, ਲੇਕਿਨ ਸਾਡੇ ਕੋਲ ਆਲਮੋਸਟ 100 ਸਾਲ ਹੋ ਗਏ ਨੇ ਇੱਥੇ ਪਈ ਨੂੰ। ਲੱਕੜੀ ਤੋਂ ਬਣੇ ਹੋਏ ਨੇ, ਚਾਹੇ ਉਹ ਰਾਈਨੋਸੌਰਸ ਹੈ ਔਰ ਐਲੀਫੈਂਟ ਹੈ ਜਾਂ ਹੋਰ ਵੀ ਜਿਹੜੀਆਂ ਯੂਟੈਂਸਿਲਸ ਬਣਿਆ ਹੋਇਆ ਜੀ। ਇਹ ਜਿਹੜਾ ਹਾਥੀ ਬਣਿਆ ਹੋਇਆ ਹੈ, ਚੰਦਨ ਦੀ ਲੱਕੜ ਤੋਂ ਬਣਿਆ ਹੋਇਆ। ਈਵਨ ਇਹ ਜਿਹੜਾ ਅਸ਼ੋਕ ਸਤੰਭ ਬਣਿਆ, ਇਹ ਵੀ ਚੰਦਨ ਦੀ ਲੱਕੜ ਤੋਂ ਬਣਿਆ।
ਇਹ ਤੁਸੀਂ ਅੱਗੇ ਦੇਖੋਗੇ ਕੋਕੋਨਟ ਜਿਹੜਾ ਆਪਣਾ ਕੋਕੋਨਟ ਹੁੰਦਾ ਹੈ, ਜਿਹੜਾ ਅਸੀਂ ਖਾਂਦੇ ਆ, ਉਹਦਾ ਜਿਹੜਾ ਬਾਹਰਲਾ ਖੋਲ ਹੁੰਦਾ ਹੈ, ਇਹ ਉਹਦੇ ਤੋਂ ਬੀਨ ਬਣੀ ਹੋਈ ਹੈ ਜੀ। ਐਂਡ ਇਹ ਜਿਹੜਾ ਡੰਡਾ ਹੈ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ, ਇਹ ਆਇਰਨਵੁੱਡ ਤੋਂ ਬਣਿਆ ਹੋਇਆ ਜੀ। ਇਹ ਡਲਵਰਜੀਆ ਜਿਹੜੀ ਆਪਣੀ ਟਾਹਲੀ ਹੈ, ਪੰਜਾਬ ਦਾ ਦਰਖਤ ਹੈ ਜਿਹੜਾ, ਇਹ ਉਤੋਂ ਬੁੱਧਾ ਬਣਿਆ ਹੋਇਆ ਜੀ। ਆਪਣੇ ਜਿਹੜੇ ਬਜ਼ੁਰਗ ਨੇ ਉਹ ਚੱਲਣ ਵਾਸਤੇ ਸੋਟੀ ਦਾ ਪ੍ਰਯੋਗ ਕਰਦੇ ਨੇ। ਐਂਡ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਵੀ ਇਹ ਜਿਹੜੀ ਸੋਟੀ ਹੈ ਇਹ ਇੱਕ ਖਾਸ ਦਰਖਤ ਤੋਂ ਬਣਦੀ ਹੈ, ਜਿਹਦੇ 'ਚ ਅੱਗੇ ਖੁੰਡੀ ਬਣਦੀ ਹੈ। ਨਹੀਂ ਤੇ ਆਮ ਸੋਟੀਆਂ ਦੇ 'ਚ ਖੁੰਡੀ ਜੋੜੀ ਜਾਂਦੀ ਹੈ, ਬਟ ਇਹ ਜ਼ੈਂਥੋਸਾਈਲਮ ਪੌਦਾ ਹੈ ਜਿਹਦੇ ਤੋਂ ਨੈਚੁਰਲੀ ਖੁੰਡੀ ਬਣਦੀ ਹੈ ਜੀ। ਐਂਡ ਤੁਸੀਂ ਉਹ ਦੇਖ ਸਕਦੇ ਹੋ ਇਸ ਲੱਕੜੀ ਨੂੰ, ਪੁਰਾਣੇ ਲੋਕ ਇਸੇ ਨੂੰ ਯੂਜ਼ ਕਰਦੇ ਹੁੰਦੇ ਸੀ। ਫਿਰ ਜਿਹੜੀ ਆਪਣੀ ਚੈਰੀ ਦਾ ਬੂਟਾ ਹੁੰਦਾ, ਜਿਹੜੀ ਜਾਪਾਨ ਦੇ ਵਿੱਚ ਚੈਰੀ ਬਲੌਸਮ ਜਿਹਨੂੰ ਕਹਿੰਦੇ ਨੇ ਲੋਕ, ਫੁੱਲ ਦੇਖਣ ਜਾਂਦੇ ਨੇ, ਉਹਦੀ ਸਟੈਮ ਤੋਂ ਵੀ ਚੈਰੀ ਦੀ ਸੋਟੀ ਬਣਦੀ ਹੈ ਜੀ। ਇਹ ਦੇਖੋ ਇਹ ਸੋਟੀ ਹੈ ਜੀ ਬਣੀ ਹੋਈ। ਇੱਕ ਅਗਲੀ ਸੋਟੀ ਹੈ ਜੀ ਜਿੱਤੇ ਕਾਰਵਿੰਗ ਹੋਈ ਹੈ, ਉਹ ਕਰਕਸ ਤੋਂ ਬਣੀ ਹੋਈ ਹੈ ਜੀ। ਇਹ ਰੁਦਰਾਕਸ਼ ਜਿਹੜੀ ਕਿ ਮਾਲਾ ਜਪਣ ਵਾਸਤੇ ਯੂਜ਼ ਕਰਦੇ ਆ। ਹਾਂਜੀ ਬਿਲਕੁਲ, ਸਾਡੇ ਕੋਲ ਇਹਦਾ ਪੌਦਾ ਵੀ ਗਾਰਡਨ 'ਚ ਲੱਗਿਆ ਹੋਇਆ ਜੀ, ਅਸੀਂ ਤੁਹਾਨੂੰ ਦਿਖਾਵਾਂਗੇ। ਉਹਨੂੰ ਰੁਦਰਾਕਸ਼ ਲੱਗਦੇ ਵੀ ਨਹੀਂ ਜੀ। ਫਿਰ ਉਸ ਤੋਂ ਬਾਅਦ ਤੁਸੀਂ ਇਹ ਡੋਨੇ ਜਿਹੜੇ ਬਣਦੇ ਨੇ ਢੱਕ ਦੇ ਪੱਤਿਆਂ ਤੋਂ, ਬਾਂਸ ਤੋਂ, ਕਿੱਕਰ ਤੋਂ ਬਣੇ ਹੋਏ ਬਹੁਤ ਸਾਰੇ ਪਲੇਟ ਬਣੀ ਹੋਈ ਹੈ ਜੀ। ਉਹ ਬਿੱਲ ਦਾ, ਇਹ ਤਾਂ ਬਹੁਤ ਡਿਫਰੈਂਟ ਦੇਖਣ ਨੂੰ ਮਿਲਦਾ ਕਿ ਕਿੱਕਰ ਦੇ ਤਾਂ ਜਿਵੇਂ ਅਸੀਂ ਪੱਤਲ ਵੀ ਮਤਲਬ ਪਹਿਲੀ ਵਾਰ ਦੇਖੇ ਨੇ ਇਹ ਜਿਹੜੇ ਆਹ ਚੀਜ਼ਾਂ ਬਣੀਆਂ ਹੋਈਆਂ ਨੇ, ਮਤਲਬ ਕਿੱਕਰ ਦੇ ਪੇੜ ਤੋਂ ਬਣੀਆਂ। ਇਹ ਜਿਹੜੇ ਇੱਥੋਂ ਦੇ ਪੰਜਾਬ ਦੇ ਜਾਂ ਹਿਮਾਚਲ ਦੇ ਆਸ-ਪਾਸ ਦੇ ਜਿਹੜੇ ਕਾਰੀਗਰ ਨੇ, ਇਹ ਉਹਨਾਂ ਦੀਆਂ ਬਣਾਈਆਂ ਹੋਈਆਂ। ਅਸੀਂ ਜਦੋਂ ਜਾਂਦੇ ਹਾਂ ਅਸੀਂ ਦੇਖਦੇ ਹਾਂ ਕਿ ਵੀ ਉਹ ਪੌਦਿਆਂ ਤੋਂ ਕੁਝ ਤਿਆਰ ਕਰਦੇ ਪਏ ਨੇ, ਤੇ ਅਸੀਂ ਉਹਨਾਂ ਤੋਂ ਦੀ ਖਰੀਦ ਕੇ ਆਪਣੇ ਇੱਥੇ ਸਪੈਸੀਮਨ 'ਚ ਰੱਖਦੇ ਹਾਂ ਜੀ। ਬੜਾ ਪੁਰਾਣਾ ਗਾਣਾ ਸੀ ਵੀ ਆਪਣਾ ਦੇਖ ਤਮਾਸ਼ਾ ਲੱਕੜੀ ਕਾ, ਸੋ ਇੱਥੇ ਆ ਕੇ ਮਤਲਬ ਇਨ ਰਿਐਲਿਟੀ ਯੂ ਕੈਨ ਸੀ ਵੀ ਦੇਖ ਤਮਾਸ਼ਾ ਲੱਕੜੀ ਕਾ ਹੈ ਜੀ। ਅਸੀਂ ਸਾਰੀ ਲੱਕੜੀ ਤੋਂ ਹੀ ਚੀਜ਼ਾਂ ਬਣਾਈਆਂ ਹੋਈਆਂ ਤੁਹਾਡੇ ਅੱਗੇ ਪੇਸ਼ ਕਰ ਰਹੇ ਹਾਂ ਕਿ ਵੀ ਕਿਵੇਂ ਲੋਕ ਜਿਹੜੇ ਕਾਰੀਗਰ ਨੇ, ਜਿਨ੍ਹਾਂ ਦੇ ਹੱਥ ਦੇ ਹੁਨਰ ਬਹੁਤ ਅੱਛਾ ਹੈ, ਉਹ ਕਿਵੇਂ ਇਹਨੂੰ ਤਿਆਰ ਕਰਦੇ ਪਏ ਨੇ। ਸੋ ਇਹ ਵੀ ਸਾਨੂੰ ਦੇਖਣ ਨੂੰ ਮਿਲਦਾ ਕਿ ਜਿਹੜੇ ਇਨੋਵੇਟਿਵ ਆਈਡੀਆਜ਼ ਨੇ ਉਹ ਲੋਕਾਂ ਦੇ ਦਿਮਾਗ ਦੇ ਵਿੱਚ ਕਿਵੇਂ ਆਉਂਦੇ ਨੇ। ਅਗਰ ਅਸੀਂ ਪੋਜ਼ਿਟਿਵਿਟੀ ਦੇ ਨਾਲ ਅਸੀਂ ਛੋਟੀਆਂ ਚੀਜ਼ਾਂ ਨੂੰ ਵੀ ਦੇਖਣ ਲੱਗੀਏ ਤਾਂ ਬਹੁਤ ਹੀ ਵਧੀਆ ਜਿਹੜੇ ਇੱਥੇ ਇਨੋਵੇਸ਼ਨਸ ਮਤਲਬ ਆਈਡੀਆਜ਼ ਆਉਂਦੇ ਨੇ ਮਾਈਂਡ ਦੇ ਵਿੱਚ, ਉਹ ਬਹੁਤ ਜ਼ਿਆਦਾ ਨੇ। ਸੋ ਅੱਗੇ ਨੈਕਸਟ ਅਸੀਂ ਦੇਖਦੇ ਹਾਂ ਕਿ ਕੀ ਚੀਜ਼ ਹੈ। ਹਾਂਜੀ ਸਰ, ਇਹ ਕੀ ਚੀਜ਼ ਹੈ ਜੀ? ਇਹ ਤੁਸੀਂ ਫਲੀਆਂ ਘਰ ਖਾਂਦੇ ਵੀ ਹੋਵੋਗੇ। ਜਿਹੜੀ ਫਲੀ ਦੀ ਫੈਮਿਲੀ ਹੈ, ਉਹ ਫਲੀਆਂ ਯੂਜੂਲੀ ਬਹੁਤ ਛੋਟੀਆਂ ਹੁੰਦੀਆਂ। ਐਂਡ ਤੁਸੀਂ ਇਹ ਦੇਖੋ, ਇਹ ਕਿੱਡੀ ਵੱਡੀ ਫਲੀ ਹੈ ਜੀ। ਇਹ ਫਲੀ ਹੈ ਜੀ। ਸਰ ਮੈਕਸਿਮਮ ਕਿੰਨੇ ਕੁ ਸਾਲ ਪੁਰਾਣੀ ਹੋਣੀ ਜਿਹੜੀ ਤੁਸੀਂ ਪ੍ਰੀਜ਼ਰਵ ਕੀਤੀ? 50 ਸਾਲ ਪੁਰਾਣੀ ਹੋਏਗੀ ਜੀ। 50 ਸਾਲ ਪੁਰਾਣੀ ਫਲੀ। ਸੋ ਪਹਿਲੀ ਵਾਰ ਦੇਖਿਆ। ਇੱਕ ਮੈਂ ਤੁਹਾਨੂੰ ਹੋਰ ਸਪੈਸੀਮਨ ਦਿਖਾਉਣ ਜਾ ਰਿਹਾ। ਇਹ ਜਿਹੜੇ ਟਰੀ ਫਰਨ ਹੁੰਦੇ ਨੇ, ਜਿਹੜੇ ਫਰਨ ਦੀ ਅਸੀਂ ਗੱਲ ਕੀਤੀ ਸੀ, ਯੂਜੂਲੀ ਛੋਟੇ ਪੌਦੇ ਹੁੰਦੇ ਨੇ, ਬਟ ਕੁਝ ਟਰੀ ਫਰਨ ਅਵੇਲੇਬਲ ਨੇ ਜਿਹੜੇ ਇਸ ਵੇਲੇ ਧਰਤੀ 'ਤੇ ਮੌਜੂਦ ਵੀ ਨੇ। ਉਹਨਾਂ 'ਚੋਂ ਇੱਕ ਹੈ ਸਾਈਥੀਆ। ਇਹ ਸਾਈਥੀਆ ਦਾ ਰਾਈਜ਼ੋਮ ਹੈ ਜੀ, ਜਿਹਨੂੰ ਅਸੀਂ ਪੰਜਾਬੀ 'ਚ ਕਹਿ ਸਕਦੇ ਹਾਂ ਵੀ ਜੜ ਵਾਲਾ ਪਾਰਟ ਹੈ। ਐਂਡ ਤੁਸੀਂ ਇਹ ਦੇਖੋ ਕਿਵੇਂ ਕਿੰਨਾ ਬਿਊਟੀਫੁਲੀ ਕਾਰਵਡ ਹੈ ਜੀ, ਨੇਚਰ ਦੇ ਮਤਲਬ ਇਹ ਕੁਦਰਤੀ ਹੈ ਜੀ। ਕੁਦਰਤ ਦੀ ਕਮਾਲ ਹੈ ਇਹ, ਜੋ ਅਸੀਂ ਇਹਨੂੰ ਜੜ ਕਹਿ ਸਕਦੇ ਹਾਂ ਕਿ ਜੜ ਦੇ ਵਿੱਚ ਜਿਹੜੇ ਹੋਲਸ ਹੋਏ ਨੇ ਔਰ ਕਾਰਾਗਿਰੀ ਹੈ ਪਰਮਾਤਮਾ ਦੀ ਕੀਤੀ ਹੋਈ ਹੈ। ਸੋ ਬਹੁਤ ਹੀ ਵਧੀਆ ਦੇਖਣ ਨੂੰ ਮਿਲਿਆ ਸਾਨੂੰ। ਇਹ ਡਿਫਰੈਂਟ ਵੀ ਹੈ, ਯੂਨੀਕ ਵੀ ਹੈ। ਸੋ ਨੈਕਸਟ ਅਸੀਂ ਘੀਆ ਜੋ ਖਾਂਦੇ ਹਾਂ, ਬਹੁਤ ਮਤਲਬ ਕਿ ਉਹਦੇ ਗੁਣ ਵੀ ਬਹੁਤ ਜ਼ਿਆਦਾ ਨੇ। ਇਹ ਘੀਆ ਜੀ ਐਡੀ ਵੱਡੀ। ਇੱਕ ਇਹ ਘੀਆ ਹੈ ਜਿਹੜੀ ਕਿ ਆਲਮੋਸਟ ਵੀ 50 ਸਾਲ ਪੁਰਾਣੀ ਹੋਏਗੀ ਜੀ। ਤੇ ਇੱਕ ਇਹ ਘੀਆ ਹੈ, ਇਹ ਤੇ ਇਹੋ ਜਿਹੀ ਸ਼ਾਇਦ ਤੁਸੀਂ ਦੇਖੀ ਵੀ ਹੋਏਗੀ। ਇਹ ਵੀ ਸਾਡੇ ਕੋਲ ਇੱਥੇ ਸਰ ਦੇਖੀਆਂ ਅਸੀਂ ਜ਼ਰੂਰ ਨੇ, ਪ੍ਰੀਜ਼ਰਵ ਕੀਤੀ ਹੋਈ ਹੈ ਜੀ। ਪਰ ਇੰਨੀ ਵੱਡੀਆਂ ਮਤਲਬ ਲੌਕੀਜ਼ ਹੈ, ਘੀਆ ਅਸੀਂ ਨਹੀਂ ਦੇਖੀ। ਹੁਣ ਅਗਲੀ ਚੀਜ਼ ਜਿਹੜੀ ਦਿਖਾਉਣ ਜਾ ਰਿਹਾ ਉਹ ਬੜੀ ਵਧੀਆ ਜੀ। ਇਹ ਬੀਨ ਬਣੀ ਹੋਈ ਜੀ ਘੀਆ ਤੋਂ। ਇਹ ਉੱਪਰ ਘੀਆ ਹੈ ਜੀ, ਇਹ ਥੱਲੇ 2 ਬਾਂਸ ਦੀਆਂ ਡੰਡੀਆਂ ਲਗਾ ਕੇ ਬੀਨ ਬਣਾ ਦਿੱਤੀ ਹੈ ਜੀ। ਇੱਥੇ ਮਿਊਜ਼ੀਅਮ ਦੇ ਵਿੱਚ ਆਓ ਔਰ ਜ਼ਰੂਰ ਦੇਖ ਕੇ ਜਾਓ ਤੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਦਿਖਾਓ। ਹੁਣ ਅਗਲੀ ਜਿਹੜੀ ਚੀਜ਼ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਉਹ ਹੈ ਕਾਲੀ ਤੋਰੀ। ਕਾਲੀ ਤੋਰੀ ਸਭ ਨੇ ਖਾਧੀ ਵੀ ਹੋਏਗੀ, ਬਟ ਜਦੋਂ ਕਾਲੀ ਤੋਰੀ ਪੱਕ ਜਾਂਦੀ ਹੈ ਤੇ ਉਹਦਾ ਪੁਰਾਣੇ ਟਾਈਮ 'ਤੇ ਝਾਵਾਂ ਬਣਾ ਦਿੱਤਾ ਜਾਂਦਾ ਸੀ। ਅੱਜ ਕੱਲ੍ਹ ਤਾਂ ਹੁਣ ਸਾਰੇ ਲੋਕ ਨਾ ਲੂਫਾ ਯੂਜ਼ ਕਰਦੇ, ਉਹਨੂੰ ਲੂਫਾ ਕਹਿੰਦੇ, ਉਹ ਪਲਾਸਟਿਕ ਦਾ ਬਣਿਆ ਹੁੰਦਾ। ਐਂਡ ਇਹਦਾ ਫਲ ਹੈ ਜੀ, ਇਹ ਅੰਦਰੋਂ ਇਹੋ ਜਿਹਾ ਝਾਵਾਂ ਨਿਕਲਦਾ ਜੀ। ਇਹ ਸਰੀਰ ਨੂੰ ਸਾਫ਼ ਕਰਨ ਵਾਸਤੇ ਲੋਕ ਯੂਜ਼ ਕਰਦੇ ਸੀ ਜੀ। ਸਰ ਇਹ ਕਿਉਰਿਓਸਿਟੀ ਬਹੁਤ ਜ਼ਿਆਦਾ ਹੈ ਕਿ 50 ਸਾਲ ਤੁਸੀਂ ਇਹ ਸਾਨੂੰ ਲੌਕੀ ਹੋ ਗਿਆ, ਘੀਆ ਹੋ ਗਿਆ, ਤੁਸੀਂ ਦਿਖਾਈਏ, ਇਹਨਾਂ ਨੂੰ ਪ੍ਰੀਜ਼ਰਵ ਕਿਵੇਂ ਕੀਤਾ ਹੋਇਆ? ਅਸੀਂ ਇਹਨਾਂ ਨੂੰ ਸਿਰਫ ਕੀੜੇ ਤੋਂ ਬਚਾਉਂਦੇ ਹਾਂ ਜੀ, ਜਿਹੜੇ ਆਪਣੇ ਬੁੱਕਵਰਮਸ ਹੁੰਦੇ ਨੇ ਜਾਂ ਹੋਰ ਜਿਹੜੇ ਕੀੜੇ ਇਹਨਾਂ ਨੂੰ ਪੈ ਸਕਦੇ ਨੇ, ਜਿਵੇਂ ਢੋਰਾ ਹੋ ਗਿਆ ਹੋਰ ਹੈ, ਉਹਨਾਂ ਤੋਂ ਬਚਾਉਣ ਵਾਸਤੇ ਅਸੀਂ ਇਹਦੇ 'ਚ ਸਿਰਫ ਨੈਪਥਲੀਨ ਬਾਲ, ਜਿਹੜੀਆਂ ਆਪਣੀ ਫਰਨੈਲ ਦੀਆਂ ਗੋਲੀਆਂ, ਉਹ ਅਸੀਂ ਰੱਖਦੇ ਹਾਂ ਜੀ ਸਿਰਫ।
ਹੋਰ ਇਹਦੇ ਤੇ ਕੋਈ ਕੈਮੀਕਲ ਹੋਰ ਕੁਝ ਨਹੀਂ ਲਗਾਇਆ ਹੋਇਆ ਇਹਦੇ ਤੇ। ਸੋ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਤਾਂ ਪਤਾ ਹੈ ਕਿ ਲੂਫਾ ਕੀ ਹੈ, ਜਿਹੜੀ ਪਲਾਸਟਿਕ ਸਾਡੀ ਜਨਰੇਟ ਹੁੰਦੀ ਹੈ ਉਹਨਾਂ ਤੋਂ ਬਹੁਤ ਚੀਜ਼ਾਂ ਬਣਦੀਆਂ ਨੇ। ਸੋ ਇਹ ਬਹੁਤ ਹੀ ਨੈਚੁਰਲੀ ਜਿਹੜਾ ਲੂਫਾ ਹੈ ਨਹਾਉਣ ਵਾਸਤੇ ਉਹ ਵਧੀਆ ਹੈ। ਸੋ ਪ੍ਰਕਿਰਤੀ ਤੋਂ ਹੀ ਸਾਰੀਆਂ ਚੀਜ਼ਾਂ ਬਣਦੀਆਂ ਨੇ, ਨੈਚੁਰਲ ਜਿਹੜੀਆਂ ਚੀਜ਼ਾਂ ਨੇ ਉਹ ਉਸੇ ਤੋਂ ਹੀ ਆਈਡੀਆਜ਼ ਆਉਂਦੇ ਨੇ ਅਗਰ ਦੇਖਣ ਵਾਲੀ ਅੱਖ 'ਚ ਚਾਹੀਦੀ ਹੈ। ਸੋ ਨੈਕਸਟ ਹੈ ਜੀ ਸਾਡਾ ਇਹ ਵੁੱਡ ਹੈ, ਮਤਲਬ ਅਲੱਗ-ਅਲੱਗ ਤਰੀਕੇ ਦੀਆਂ। ਸੋ ਅਸੀਂ ਇਸ ਦੇ ਬਾਰੇ ਵੀ ਜਾਣਕਾਰੀ ਲਵਾਂਗੇ। ਸਾਡੇ ਕੋਲ ਤਕਰੀਬਨ 100 ਤੋਂ ਵੱਧ ਤਰ੍ਹਾਂ ਦੀਆਂ ਲੱਕੜੀਆਂ ਦੇ ਸਪੈਸੀਮਨ ਅਸੀਂ ਇੱਥੇ ਰੱਖੇ ਹੋਏ ਨੇ। ਜਿਹੜਾ ਬੱਚਾ ਕੋਈ ਲੱਕੜੀ ਦੇ ਉੱਤੇ ਕੰਮ ਕਰਨਾ ਚਾਹੁੰਦਾ ਹੈ, ਹੁਣ ਹਰ ਲੱਕੜੀ ਦੀ ਡੈਂਸਿਟੀ, ਹਰ ਲੱਕੜੀ ਦੀ ਜਿਹੜੀ ਸਮੂਥਨੈਸ ਹੈ ਉਹ ਡਿਫਰੈਂਟ ਹੈ। ਹੁਣ ਮੈਂ ਤੁਹਾਨੂੰ ਇੱਕ ਲੱਕੜੀ ਦਿਖਾ ਰਿਹਾ ਕਿਊਪ੍ਰੈਸਿਸ ਦੀ, ਤੁਸੀਂ ਸ਼ਾਇਦ ਇੱਥੇ ਹੱਥ ਲਗਾਓ, ਕਿੰਨੀ ਮੁਲਾਇਮ ਹੈ ਜੀ। ਇੱਕ ਹੈ ਡੈਪਟੇਰੋਕਾਰਪਸ ਦੀ, ਮੈਂ ਤੁਹਾਨੂੰ ਲੱਕੜੀ ਦਿਖਾ ਰਿਹਾ, ਇਹਦੇ ਤੇ ਤੁਸੀਂ ਹੱਥ ਲਗਾਓ ਤੁਹਾਨੂੰ ਖੁਰਦਰੀ ਦਿਖੇਗੀ। ਕੁਝ ਲੱਕੜੀਆਂ ਇਹਦੇ 'ਚ ਐਸੀਆਂ ਜਿਨ੍ਹਾਂ 'ਚ ਤੁਹਾਨੂੰ ਛੇਦ ਵੀ ਦਿਖਣਗੇ। ਸਰ ਇਹ ਡਿਫਰੈਂਸ ਕਿਉਂ ਹੈ ਇਹਨਾਂ ਲੱਕੜੀਆਂ ਦੇ? ਇਹਨਾਂ ਦੇ ਜਿਹੜੇ ਵੈਸਲਸ ਨੇ, ਫਾਈਬਰਸ ਨੇ, ਇਹ ਉਹਨਾਂ ਕਰਕੇ ਹੈ ਜੀ। ਜਿੰਨੀਆਂ ਜਿਮਨੋਸਪਰਮ ਵੁੱਡਸ ਨੇ ਉਹ ਸਮੂਥ ਹੋਣਗੀਆਂ, ਉਹਨਾਂ 'ਚ ਵੈਸਲਸ ਨਹੀਂ ਹੁੰਦੇ, ਫਾਈਬਰਸ ਨਹੀਂ ਹੁੰਦੇ। ਤੇ ਜਿਹੜੀਆਂ ਆਪਣੀਆਂ ਐਂਜੀਓਸਪਰਮ ਦੀਆਂ ਡਾਈਕੋਟ ਵੁੱਡਸ ਨੇ ਉਹਨਾਂ ਦੇ ਵਿੱਚ ਤੁਹਾਨੂੰ ਇਹ ਖੁਰਦਰੇ ਰੇਸ਼ੇ ਦਿਖਣ, ਨਹੀਂ ਫਾਈਬਰਸ ਰੇਸ਼ੇ ਤੁਹਾਨੂੰ ਜ਼ਿਆਦਾ ਦਿਖਣਗੇ ਜਿਮਨੋਸਪਰਮ ਦੇ ਵਿੱਚ। ਇਹ ਦੇਖੋ, ਇਹ ਜਿਮਨੋਸਪਰਮ ਹੈ, ਇਹਦੇ 'ਚ ਤੁਹਾਨੂੰ ਰੇਸ਼ੇ ਬਹੁਤ ਸੋਹਣੇ ਦਿਖਣਗੇ। ਜਿਹੜੀਆਂ ਦੂਸਰੀਆਂ ਵੁੱਡਸ ਨੇ ਉਹਨਾਂ ਦੇ ਵਿੱਚ ਤੁਹਾਨੂੰ ਨਾਲ ਫਾਈਬਰਸ ਵੀ ਦਿਖਣਗੇ। ਐਂਡ ਉਹ ਫਾਈਬਰਸ ਜਿਹੜੇ ਨੇ ਉਹਨਾਂ ਨੂੰ ਘੁਣ ਲੱਗ ਸਕਦੀ ਹੈ, ਉਹਨਾਂ ਕਰਕੇ ਜਿਮਨੋਸਪਰਮ ਨੂੰ ਘੁਣ ਨਹੀਂ ਲੱਗਦੀ ਕਦੇ। ਨੈਕਸਟ ਅਸੀਂ ਦੇਖਦੇ ਹਾਂ ਕਿ ਵਾਲ ਨੇ ਇਹ। ਸੋ ਇਹਦੇ ਬਾਰੇ ਕੀ ਡਿਟੇਲ ਹੈ ਸਰ? ਇਹ ਤੁਹਾਨੂੰ ਦੇਖਣ ਨੂੰ ਇੰਝ ਲੱਗ ਰਿਹਾ ਹੋਵੇਗਾ ਕਿ ਕਿਸੇ ਗੋਰੀ ਦੇ ਵਾਲ ਅਸੀਂ ਵੱਢ ਕੇ ਇੱਥੇ ਰੱਖ ਲਿੱਤੇ ਨੇ, ਠੀਕ ਹੈ, ਬਟ ਇਹ ਕਿਸੇ ਗੋਰੀ ਦੇ ਵਾਲ ਨਹੀਂ ਹੈ। ਇਹ ਇੱਕ ਪੌਦੇ ਤੋਂ ਕੱਢਿਆ ਹੋਇਆ ਫਾਈਬਰ ਹੈ, ਬਾਸਟ ਫਾਈਬਰ ਹੈ। ਇਸ ਪੌਦੇ ਦਾ ਨਾਮ ਹੈ ਕੋਰਕੋਰਸ। ਇਸ ਪੌਦੇ ਦੇਖਣ 'ਚ ਤਾਂ ਸਰ ਐਦਾਂ ਲੱਗਦਾ ਜਿਵੇਂ ਵਾਲ ਨੇ ਇਹ ਪੂਰੇ, ਪਰ ਮੈਨੂੰ ਵੀ ਦੇਖਣ ਨੂੰ ਐਦਾਂ ਹੀ ਲੱਗਿਆ ਸੀ, ਪਰ ਇਹ ਬਹੁਤ ਡਿਫਰੈਂਟ ਹੈ, ਮਤਲਬ ਬਹੁਤ ਵਧੀਆ ਦੇਖਣ ਨੂੰ ਲੱਗ ਰਿਹਾ। ਪੁਰਾਣੇ ਟਾਈਮ 'ਤੇ ਜਿਹੜਾ ਸਣ ਦਾ ਰੱਸਾ ਬਣਦਾ ਹੁੰਦਾ ਸੀ ਉਹ ਇਸ ਫਾਈਬਰ ਤੋਂ ਬਣਦਾ ਹੁੰਦਾ ਸੀ। ਹੁਣ ਅੱਜ ਕੱਲ੍ਹ ਅਸੀਂ ਪਲਾਸਟਿਕ ਦੇ ਜ਼ਮਾਨੇ ਵੱਲ ਚਲੇ ਗਏ ਹਾਂ ਅਤੇ ਪਲਾਸਟਿਕ ਦੀਆਂ ਰੱਸੀਆਂ ਵਰਤਦੇ ਹਾਂ। ਪਹਿਲੇ ਜਿਹੜਾ ਸਮੂਥ ਫਾਈਬਰ ਹੁੰਦਾ ਸੀ ਉਹ ਸਣ ਤੋਂ ਬਣਦਾ ਸੀ, ਅਤੇ ਜਿਹੜਾ ਥੋੜ੍ਹਾ ਮਤਲਬ ਕਹਿ ਸਕਦੇ ਹੋ ਖੁਰਦਰਾ ਸੀ ਉਹ ਜੂਟ ਤੋਂ ਬਣਦਾ ਹੁੰਦਾ ਸੀ। ਅਗਲਾ ਮੈਂ ਤੁਹਾਨੂੰ ਦਿਖਾ ਰਿਹਾ ਜਿਹੜੀਆਂ ਆਪਣੇ ਪੁਰਾਣੀਆਂ ਕਣਕ ਦੀਆਂ ਵਰਾਇਟੀਆਂ ਸੀ। ਇਹ ਕਣਕ ਦੀਆਂ ਕੋਈ ਮੈਕਸੀਕਨ ਵਰਾਇਟੀਆਂ ਨੇ, ਕੋਈ ਆਪਣੀਆਂ ਜਿਹੜੀਆਂ ਇੰਡੀਆ ਦੇ ਵਿੱਚ ਕੀਤੀਆਂ ਗਈਆਂ, ਜਿਵੇਂ ਕਲਿਆਣ ਹੈ, 306 ਹੈਗੀ ਹੈ, ਲਾਰਮਾ ਹੈਗੀ ਹੈ, ਰਾਜੋ, ਸਨੌਰਾ ਹੈਗੀ ਹੈ। ਇਹ ਵਰਾਇਟੀਆਂ ਦੀਆਂ ਜਿਹੜੀਆਂ ਬੱਲੀਆਂ ਤੁਸੀਂ ਇਹ ਦੇਖ ਲਓ, ਇਹ ਅਸੀਂ ਅੱਜ ਨਹੀਂ ਉਗਾ ਕੇ ਲਗਾਈਆਂ, ਇਹ ਵੀ ਤਕਰੀਬਨ 50 ਸਾਲ ਪੁਰਾਣੀਆਂ ਪ੍ਰੀਜ਼ਰਵਡ ਹੈ ਜੀ ਇੱਥੇ ਸਾਡੇ ਕੋਲ। ਐਂਡ ਉਹਨਾਂ ਦੇ ਬੀਜ ਵੀ ਵਿੱਚ ਹੀ ਪਏ ਨੇ, ਤੁਸੀਂ ਦੇਖ ਸਕਦੇ ਹੋ। ਬੀਜ ਤੇ ਸ਼ਾਇਦ ਹੁਣ ਨਾ ਜੰਮਣ ਕਿਉਂਕਿ ਬਹੁਤ ਪੁਰਾਣੇ ਹੋ ਚੁੱਕੇ ਨੇ, ਬਟ ਬੱਲੀਆਂ ਕਿਹੋ ਜਿਹੀ ਬੱਲੀ ਦਿਖਦੀ ਸੀ ਹੁਣ, ਕਿਉਂਕਿ ਹੁਣ ਅੱਜ ਕੱਲ੍ਹ ਉਗਾਉਂਦਾ ਹੀ ਕੋਈ ਨਹੀਂ ਹੈ ਅਤੇ ਕਿਸੇ ਨੂੰ ਪਤਾ ਹੀ ਨਹੀਂ ਹੈ। ਪਰ ਤੁਸੀਂ ਇੱਥੇ ਆ ਕੇ ਦੇਖ ਸਕਦੇ ਹੋ ਕਿਹੜੀਆਂ ਮੁੱਛਲ ਗਈਆਂ ਸੀ ਅਤੇ ਕਿਹੜੀਆਂ ਬਿਨਾਂ ਮੁੱਛਲ ਤੋਂ ਸੀ। ਸੋ ਪ੍ਰੋਫੈਸਰ ਸਾਹਿਬ, ਅਸੀਂ ਇਹ ਵੀ ਪੁੱਛਣਾ ਚਾਹੁੰਦੇ ਹਾਂ, ਜਿਵੇਂ ਪਹਿਲਾਂ ਦੇ ਜ਼ਮਾਨੇ ਦੇ ਵਿੱਚ ਹਾਈਟ ਲੰਬੀ ਹੁੰਦੀ ਸੀ, ਮਤਲਬ ਸਿਹਤਮੰਦ ਸੀਗੇ, ਸੋ ਸਾਨੂੰ ਅਸੀਂ ਇਹ ਵੀ ਦੇਖਣ 'ਚ ਮਿਲ ਰਿਹਾ ਹੈ ਕਿ ਪਹਿਲਾਂ ਦੀਆਂ ਜਿਹੜੀਆਂ ਬੱਲੀਆਂ ਨੇ ਮੋਟੀਆਂ, ਮਤਲਬ ਦਾਣਾ ਮੋਟਾ ਉਹਦਾ ਅਤੇ ਵੱਡੇ ਆਕਾਰ ਦੇ ਵਿੱਚ ਸੀ। ਸੋ ਇਹ ਵੀ ਫਰਕ ਹੈ ਇਹਦੇ ਵਿੱਚ ਦੇਖਣ ਨੂੰ? ਹਾਂਜੀ ਬਿਲਕੁਲ ਜੀ। ਜਿਹੜੀਆਂ ਨਵੀਆਂ ਬਰੀਡ ਕੀਤੀਆਂ ਹੋਈਆਂ ਵਰਾਇਟੀਆਂ ਨੇ, ਪੁਰਾਣੀਆਂ ਵਰਾਇਟੀਆਂ ਨਾਲੋਂ ਡਵਾਰਫ ਹੈ। ਪੁਰਾਣੀਆਂ ਵਰਾਇਟੀਆਂ ਲੰਬੀਆਂ ਜ਼ਿਆਦਾ ਹੁੰਦੀਆਂ ਸੀ, ਉਹਨਾਂ ਦਾ ਛੋਟੀਆਂ ਕਰਨ ਦਾ ਜਿਹੜਾ ਬਰੀਡਿੰਗ ਦੇ ਨਾਲ ਕਾਰਨ ਇਹ ਹੈਗਾ ਕਿ ਵੀ ਉਹ ਡਿੱਗ ਪੈਂਦੀਆਂ ਸੀ। ਉਸ ਲਾਸ ਨੂੰ ਰੋਕਣ ਵਾਸਤੇ ਨਵੀਆਂ ਜਿਹੜੀਆਂ ਵਰਾਇਟੀਆਂ ਉਹਨਾਂ ਨੂੰ ਅਸੀਂ ਡਵਾਰਫ ਬਣਾਇਆ। ਜਿਹੜੀਆਂ ਪੁਰਾਣੀਆਂ ਵਰਾਇਟੀਆਂ ਸੀ ਉਹਨਾਂ ਦੇ ਵਿੱਚ ਦਾਣੇ ਘੱਟ ਹੁੰਦੇ ਸੀ ਅਤੇ ਹੁੰਦੇ ਮੋਟੇ ਸੀ। ਹੁਣ ਜਿਹੜੀਆਂ ਵਰਾਇਟੀਆਂ ਨੇ ਉਹਨਾਂ 'ਚ ਇੱਕ ਬੱਲੀ ਦੇ ਵਿੱਚ ਦਾਣੇ ਜ਼ਿਆਦਾ ਹੁੰਦੇ ਨੇ, ਕਿਉਂਕਿ ਪੈਦਾਵਾਰ ਅਸੀਂ ਜ਼ਿਆਦਾ ਕਰਨੀ ਹੈ, ਕਿਉਂਕਿ ਅਸੀਂ 150 ਕਰੋੜ ਜਨਤਾ ਦਾ ਪੇਟ ਭਰਨਾ ਹੈ, ਉਹਦੇ ਵਾਸਤੇ ਸਾਨੂੰ ਜ਼ਿਆਦਾ ਅਨਾਜ ਚਾਹੀਦਾ। ਸੋ ਇਸ ਵਾਸਤੇ ਸਾਡੇ ਕੋਲ ਜਿਹੜੀਆਂ ਹੁਣ ਵਰਾਇਟੀਜ਼ ਆ ਰਹੀਆਂ ਉਹਨਾਂ 'ਚ ਟਿਲਰਸ ਵੀ ਜ਼ਿਆਦਾ ਨੇ, ਸੀਡ ਯੀਲਡ ਵੀ ਜ਼ਿਆਦਾ ਹੈ ਅਤੇ ਡਵਾਰਫ ਵੀ ਨੇ। ਸੋ ਜਿੰਨੀਆਂ ਵੀ ਰਿਸਰਚ ਚੱਲੀਆਂ ਨੇ ਉਹਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਫਾਇਦੇ ਹੀ ਹੁੰਦੇ ਨੇ, ਕਿਉਂਕਿ ਇਹਨਾਂ ਚੀਜ਼ਾਂ ਦੇ ਵਿੱਚ ਸਾਨੂੰ ਸਿੱਖਣ ਨੂੰ ਤਾਂ ਬਹੁਤ ਕੁਝ ਮਿਲਦਾ ਹੀ ਹੈ, ਪਰ ਜਿਹੜੀ ਜਨਰੇਸ਼ਨ ਦੇ ਅਕੋਰਡਿੰਗ ਜਿਹੜਾ ਚੱਲਦਾ ਜਾਂਦਾ ਉਹ ਸਾਨੂੰ ਰਿਸਰਚ ਦੇ ਨਾਲ ਔਰ ਇੱਦਾਂ ਦੀਆਂ ਚੀਜ਼ਾਂ ਤੋਂ ਹੀ ਪਤਾ ਲੱਗਦਾ। ਅੱਗੇ ਜਿੱਥੇ ਹੁਣ ਆਏ ਹਾਂ, ਇਹ ਸ਼ੋਕੇਸਿਸ 'ਚ ਅਸੀਂ ਵੱਖ-ਵੱਖ ਜਿਮਨੋਸਪਰਮ ਜਿਹੜੇ ਦਰਖਤ ਨੇ, ਜਿਹੜੇ ਇਸ ਵੇਲੇ ਫੁੱਲਦਾਰ ਦਰਖਤ ਅੱਜ ਕੱਲ੍ਹ ਸਾਨੂੰ ਮਿਲਦੇ ਨੇ, ਉਸ ਤੋਂ ਪਹਿਲੇ ਧਰਤੀ ਦੇ ਉੱਤੇ ਜਿਮਨੋਸਪਰਮ ਆਏ ਸੀ। ਸੋ ਇਹ ਜਿਮਨੋਸਪਰਮ ਜਿਹੜੇ ਨੇ ਸਭ ਤੋਂ ਪੁਰਾਣਾ ਜਿਮਨੋਸਪਰਮ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਇਸ ਧਰਤੀ 'ਤੇ ਡਾਇਨਾਸੌਰ ਰਹਿੰਦੇ ਸੀ, ਜੁਰੈਸਿਕ ਐਰਾ ਜਿਹਨੂੰ, ਜਾਂ
ਉਸ ਜ਼ਮਾਨੇ ਦਾ ਹੈ ਜੀ। ਇਹਦਾ ਨਾਮ ਹੈ ਜਿੰਗੋ ਬਾਈਲੋਬਾ ਐਂਡ ਇਹ ਆਪਣੀ ਜਿਹੜੀ ਫੈਮਿਲੀ ਆ ਉਹਦਾ ਕੱਲਾ ਕੱਲਾ ਵਾਰਸ ਹੈ ਜੀ, ਜਿੰਗੋ ਬਾਈਲੋਬਾ। ਐਂਡ ਇਸ ਦਰਖਤ ਨੂੰ ਜਾਪਾਨ ਦੇ ਵਿੱਚ, ਜਿਵੇਂ ਹਿੰਦੁਸਤਾਨ ਦੇ ਵਿੱਚ ਅਸੀਂ ਬੋਰਡ ਤੇ ਪਿੱਪਲ ਦੀ ਪੂਜਾ ਕਰਦੇ ਹਾਂ, ਇਸ ਨੂੰ ਜਾਪਾਨ ਦੇ ਵਿੱਚ ਪੂਜਿਆ ਜਾਂਦਾ ਹੈ। ਨੈਕਸਟ ਹੈਗੇ ਜੀ ਐਰੋਕੇਰੀਆ। ਐਰੋਕੇਰੀਆ ਦੇ ਕੋਨਸ ਬੜੇ ਰੇਅਰ ਨੇ। ਐਰੋਕੇਰੀਆ ਸ਼ਾਇਦ ਤੁਸੀਂ ਕ੍ਰਿਸਮਸ ਟਰੀ ਘਰ 'ਚ ਵੀ ਦੇਖੇ ਹੋਣਗੇ, ਬਟ ਉਹਦੇ ਕੋਨਸ ਲੱਗੇ ਹੋਏ। ਇੱਥੇ ਐਗੈਥਿਸ ਦੇ ਕੋਨ ਹੈਗੇ ਨੇ ਜੀ ਸਾਡੇ ਕੋਲ। ਇਹ ਜਿਹੜੇ ਪੌਦੇ ਮੈਂ ਤੁਹਾਨੂੰ ਦਿਖਾ ਰਿਹਾ, ਟੈਕਸੋਡੀਅਮ ਹੋ ਗਿਆ, ਐਗੈਥਿਸ ਹੋ ਗਿਆ, ਜਿੰਗੋ ਹੋ ਗਿਆ, ਐਰੋਕੇਰੀਆ ਹੋ ਗਿਆ, ਇਹ ਸਾਰੇ ਦੇ ਸਾਰੇ ਚਾਰੋਂ ਸਾਡੇ ਗਾਰਡਨ 'ਚ ਤੁਸੀਂ ਦੇਖ ਸਕਦੇ ਹੋ। ਇਹ ਉੱਥੇ ਗਰੋ ਵੀ ਕਰ ਰਹੇ ਹਾਂ ਅਸੀਂ। ਇਹਨਾਂ ਨੂੰ ਗਰੋ ਕਰਨ ਵਾਸਤੇ ਤੁਹਾਨੂੰ ਥੋੜ੍ਹਾ ਜਿਹਾ ਠੰਡਾ ਮੌਸਮ ਚਾਹੀਦਾ, ਬਟ ਸਾਡੇ ਜਿਹੜੇ ਪੁਰਾਣੇ ਜਿਹੜੇ ਸਾਇੰਟਿਸਟ ਹੈਗੇ ਸੀ ਇਸ ਡਿਪਾਰਟਮੈਂਟ ਦੇ, ਉਹਨਾਂ ਨੇ ਬਹੁਤ ਮਿਹਨਤ ਕਰਕੇ ਉਹਨਾਂ ਨੂੰ ਉਗਾਇਆ ਸੀ। ਐਂਡ ਅਸੀਂ ਉਹਨਾਂ ਦੀ ਲੀਗੇਸੀ ਨੂੰ ਕੰਟੀਨਿਊ ਕਰਨ ਵਾਸਤੇ ਸੇਮ ਅਸੀਂ ਉਹਨਾਂ ਨੂੰ ਪਾਲ ਰਹੇ ਹਾਂ ਜੀ ਬਹੁਤ ਅੱਛੇ ਤਰੀਕੇ। ਕਿਊਪ੍ਰੈਸਿਸ, ਇਹ ਸਾਈਕਸ ਆ ਗਏ ਜੀ, ਇਹ ਵੀ ਸਾਈਕਸ ਹੈ ਜੀ। ਇਹ ਪਾਈਸੀਆ ਹੈ, ਇਹ ਉੱਪਰ ਪਹਾੜਾਂ 'ਚ ਹੀ ਮਿਲਦੇ ਨੇ ਜੀ। ਇਹ ਪਾਈਨਸ ਵੈਲਿਕਿਆਨਾ, ਸ਼ਾਇਦ ਤੁਸੀਂ ਚਿਲਗੋਜ਼ੇ ਖਾਦੇ ਹੋਣਗੇ ਜਾਂ ਜਿਹਨੂੰ ਨਿਊਜ਼ਾ ਕਹਿੰਦੇ ਨੇ। ਨਿਊਜ਼ਾ ਇਹ ਸਪਾਈਨ ਦਾ ਜਿਹੜਾ ਬੀਜ ਹੈ। ਇਹ ਪਾਈਨਸ ਰੌਕਸਬਰਗ ਜੀ ਅੱਜ ਕੱਲ੍ਹ ਤੇ ਆਪਣੇ ਇੱਥੇ ਵੀ ਬਹੁਤ ਜ਼ਿਆਦਾ ਗਰੋ ਕਰਦਾ ਜੀ, ਕਿਉਂਕਿ ਹੁਣ ਉਗਣਾ ਸ਼ੁਰੂ ਹੋ ਗਿਆ। ਇਹ ਆਪਣਾ ਕਨਿੰਗਹਾਮੀ ਹੈ ਜੀ। ਇਹ ਤੁਹਾਨੂੰ ਇੱਕ ਹੋਰ ਮੈਂ ਮਜ਼ੇਦਾਰ ਸਪੈਸੀਮਨ ਦਿਖਾ ਰਿਹਾ ਜੀ। ਇਹ ਸਪੈਸੀਮਨ ਹੈ ਨਿਪੈਂਥਸ ਦਾ। ਸ਼ਾਇਦ ਤੁਸੀਂ ਸੁਣਿਆ ਹੋਵੇਗਾ ਕਿ ਪਿਚਰ ਪਲਾਂਟ, ਕਿ ਵੀ ਉਹ ਮੱਖੀਆਂ ਨੂੰ ਫੜਦਾ ਹੈ, ਕੀੜਿਆਂ ਨੂੰ ਫੜਦਾ ਹੈ। ਇਹ ਤੁਸੀਂ ਦੇਖ ਸਕਦੇ ਹੋ, ਇਹ ਪੱਤਾ ਜਿਹੜਾ, ਇਹ ਪੱਤੇ ਦੀ ਮੋਡੀਫਿਕੇਸ਼ਨ ਹੋ ਕੇ ਇੱਕ ਮਟਕਾ ਬਣ ਜਾਂਦਾ ਹੈ, ਜਿਹਦੇ ਵਿੱਚ ਪਾਣੀ ਵਰਗਾ ਤਰਲ ਪਦਾਰਥ ਹੁੰਦਾ ਤੇ ਐਸਿਡ ਜੇ ਹੁੰਦੇ ਨੇ। ਐਂਡ ਉੱਪਰ ਇਹਦੀ ਤੁਹਾਨੂੰ ਦਿਖ ਰਿਹਾ ਇਹਦਾ ਲਿਡ, ਜਿਹੜੀ ਪੱਤੇ ਦੀ ਟਿਪ ਹੈ ਉਹ ਲਿਡ ਬਣ ਗਈ ਹੈ। ਜਿਸਲੇ ਹੀ ਇਹਦੇ ਨੇੜੇ ਕੋਈ ਮੱਖੀ ਮੱਛਰ ਕੋਈ ਆਉਂਦਾ, ਇਹ ਢੱਕਣ ਬੰਦ ਕਰ ਦਿੰਦਾ, ਉਹ ਵਿੱਚ ਚਲੇ ਜਾਂਦਾ, ਉਹ ਮਰ ਜਾਂਦਾ ਐਂਡ ਉਹਨੂੰ ਉਹ ਡਾਈਜੈਸਟ ਕਰਕੇ ਉਹ ਖਾ ਜਾਂਦਾ। ਇੰਡੀਆ 'ਚ ਤੁਹਾਨੂੰ ਅਗਰ ਤੁਸੀਂ ਨਾਰਥ ਈਸਟ ਦੇ ਜਾਓਗੇ ਤਾਂ ਬਹੁਤ ਸਾਰੇ ਤੁਹਾਨੂੰ ਉੱਥੇ ਮਿਲਣਗੇ ਜੀ। ਸੋ ਪੜ੍ਹਦੇ ਸੀ ਕਿ ਜਿਹੜੇ ਐਦਾਂ ਦੇ ਪਲਾਂਟਸ ਨੇ ਜਿਹੜੇ ਕਿ ਇਨਸੈਕਟ ਔਰ ਜਿਹੜੇ ਮੋਸਕੀਟੋਜ਼ ਵਗੈਰਾ ਨੂੰ ਖਾਂਦੇ ਸੀ। ਸੋ ਬੱਚਿਆਂ ਨੂੰ ਵੀ ਇਹ ਚੀਜ਼ਾਂ ਜ਼ਰੂਰ ਜਾਣਕਾਰੀ ਹੋਣੀ ਚਾਹੀਦੀ ਹੈ, ਕਿਉਂਕਿ ਜਦੋਂ ਤੱਕ ਅਸੀਂ ਵਿਜ਼ੂਅਲ ਨਹੀਂ ਦੇਖਦੇ ਉਦੋਂ ਤੱਕ ਸਾਨੂੰ ਸੁਣਨ ਦੇ ਅਸੀਂ ਭੁੱਲ ਜਾਂਦੇ ਹਾਂ। ਜਦ ਤੱਕ ਬੱਚੇ ਇਹ ਦੇਖਣਗੇ ਸੋ ਉਹਨਾਂ ਨੂੰ ਹੋਰ ਵਧੀਆ ਤਰੀਕੇ ਨਾਲ ਉਹ ਇੰਟਰਸਟ ਪੈਦਾ ਹੁੰਦਾ। ਹੁਣ ਨੈਕਸਟ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਜੀ ਜਿਹੜੇ ਜਿਮਨੋਸਪਰਮ ਦੇ ਕੋਨਸ। ਹੁਣ ਜਿਹੜੇ ਜਿਮਨੋਸਪਰਮ ਦੇ ਕੋਨਸ ਹੈ, ਉਹਨਾਂ ਨੂੰ ਅਸੀਂ ਇੱਥੇ ਧਾਗੇ ਲਪੇਟ ਕੇ ਰੱਖਿਆ ਹੈ, ਕਿਉਂਕਿ ਅਗਰ ਅਸੀਂ ਇਹਨਾਂ ਨੂੰ ਇੰਝ ਹੀ ਰੱਖ ਦਾਂਗੇ ਤਾਂ ਜਿਸ ਵੇਲੇ ਮੈਚਿਓਰ ਹੁੰਦੇ ਨੇ ਤੇ ਫਟ ਜਾਣਗੇ ਤੇ ਖੁੱਲ੍ਹ ਜਾਣਗੇ। ਤਾਂ ਕਿ ਇਹ ਖੁੱਲ੍ਹਣ ਨਾ, ਬੱਚੇ ਨੂੰ ਅਸੀਂ ਦੱਸ ਸਕੀਏ ਕਿ ਵੀ ਇਹ ਸਾਈਜ਼ ਦਾ ਹੁੰਦਾ ਤੇ ਇਹੋ ਜਿਹਾ ਦੇਖਣ ਨੂੰ ਮਿਲਦਾ। ਅਸੀਂ ਇਸ ਲਈ ਇਹਨਾਂ ਨੂੰ ਥੋੜ੍ਹਾ ਜਿਹਾ ਸਪੋਰਟ ਕਰਨ ਵਾਸਤੇ ਧਾਗਿਆਂ ਨਾਲ ਬੰਨਿਆ ਹੋਇਆ। ਐਂਡ ਇਹਨਾਂ ਨੂੰ ਗਰੋ ਕਰਨ 'ਚ ਬਹੁਤ ਸਾਲ ਲੱਗਦੇ ਨੇ। ਜਿਸ ਵੇਲੇ ਦਰਖਤ ਬਹੁਤ ਵੱਡਾ ਹੋ ਜਾਂਦਾ ਫਿਰ ਕਿਤੇ ਲੱਗਦੇ ਨੇ। ਹੁਣ ਅਸੀਂ ਇੱਥੇ ਸੈਕਸ਼ਨ ਵੀ ਕੱਟ ਕੇ ਰੱਖੇ ਹੋਏ ਨੇ, ਤੁਹਾਨੂੰ ਸ਼ਾਇਦ ਦਿਖ ਰਹੇ ਹੋਣਗੇ। ਇਹ ਸੈਕਸ਼ਨ ਕੱਟਿਆ ਹੋਇਆ ਜੀ ਕੋਨ ਦਾ, ਤਾਂ ਕਿ ਬੱਚਾ ਇਹਨੂੰ ਦੇਖ ਸਕੇ ਤੇ ਇਹਨੂੰ ਸਮਝ ਸਕੇ ਕਿ ਅੰਦਰੋਂ ਕਿਵੇਂ ਦਾ ਦਿਖਦਾ। ਇਹ ਸਾਰੇ ਉਹੀ ਨੇ ਜੀ ਜਿਮਨੋਸਪਰਮ ਦੇ ਕੋਨਸ ਨੇ। ਸਾਈਕਸ ਦੇ ਪਲਾਂਟਸ ਤੁਸੀਂ ਦੇਖੇ ਹੋਣਗੇ, ਕੰਗੀ ਪਾਮ ਜਿਨ੍ਹਾਂ ਨੂੰ ਕਹਿੰਦੇ ਆ। ਕੰਗੀ ਪਾਮ ਦੇ ਬੂਟੇ ਤੁਸੀਂ ਮਾਰਕੀਟ ਦੇ ਵਿੱਚ ਵੀ ਦੇਖੇ ਹੋਣਗੇ। ਉਹ ਜਿੰਨੇ ਵੀ ਅਵੇਲੇਬਲ ਨੇ ਸਾਰੇ ਫੀਮੇਲ ਪਲਾਂਟਸ ਨੇ। ਮੇਲ ਪਲਾਂਟਸ ਬਹੁਤ ਰੇਅਰ ਨੇ। ਐਂਡ ਸਾਡੇ ਕੋਲ ਬੋਟੈਨੀਕਲ ਗਾਰਡਨ 'ਚ ਅਸੀਂ 4 ਮੇਲ ਪਲਾਂਟਸ ਨੂੰ ਗਰੋ ਕਰ ਰਹੇ ਹਾਂ। ਐਂਡ ਇਹ ਸਾਡੇ ਆਪਣੇ ਕਲੈਕਟ ਕੀਤੇ ਸਪੈਸੀਮਨਸ ਨੇ। ਉਹਨਾਂ ਨੂੰ ਮੇਲ ਕੌਣ ਲੱਗਦੀ ਹੈ ਜੀ? ਇਹ ਤੁਸੀਂ ਦੇਖੋ, ਕਿੱਡੀ ਵੱਡੀ ਇੱਕ ਛੱਲੀ ਵਰਗੀ ਚੀਜ਼ ਇਹਨੂੰ ਲੱਗਦੀ ਹੈ, ਜਿਹੜੀ ਕਿ ਪਰਾਗਣ ਕਰਦੀ ਹੈ ਫੀਮੇਲ ਪਲਾਂਟਸ ਦਾ, ਤੇ ਉਹਨਾਂ 'ਚ ਬੀਜ ਬਣਦੇ ਨੇ। ਬੀਜ ਅਦਰਵਾਈਜ਼ ਬਿਨਾ ਮੇਲ ਕੌਣ ਤੋਂ ਬਣਦੇ ਹੀ ਨਹੀਂ ਜੀ। ਸੋ ਨੈਕਸਟ ਅਸੀਂ ਜਿਹੜੇ ਸੈਕਸ਼ਨ ਦੇ ਵਿੱਚ ਚੱਲੇ ਆ, ਜਾਰਸ ਦੇ ਵਿੱਚ ਕੁਝ ਪਿਆ ਸਮਾਨ ਆ। ਸੋ ਅਸੀਂ ਉਹ ਵੀ ਡਿਟੇਲ ਦੇ ਵਿੱਚ ਪੁੱਛਾਂਗੇ ਪ੍ਰੋਫੈਸਰ ਸਾਹਿਬਾਨ ਨੂੰ ਕਿ ਇਹ ਕੀ ਨੇ ਜੀ ਇਹਦੇ ਵਿੱਚ। ਇਹਦੇ 'ਚ ਜਿਹੜੇ ਸਪੈਸੀਮਨਸ ਪਏ ਨੇ ਇਹ ਐਲਗੀ ਦੇ ਸਪੈਸੀਮਨਸ ਨੇ। ਹੁਣ ਕਈ ਤਰ੍ਹਾਂ ਦੀ ਜਿਹੜੀ ਐਲਗੀ ਹੈ, ਜਿਹਨੂੰ ਅਸੀਂ ਆਮ ਕਾਈ ਕਹਿ ਦਿੰਦੇ ਹਾਂ ਜੀ। ਹੁਣ ਇਹ ਕਾਈ ਦੇ ਸਪੈਸੀਮਨਸ ਨੇ। ਐਂਡ ਇਹ ਕਾਈ ਆਮ ਨਹੀਂ ਹੈ, ਬਹੁਤ ਦੂਰੋਂ ਦੂਰੋਂ ਕਲੈਕਟ ਕੀਤੀ ਹੋਈ ਐਂਡ ਆਇਡੈਂਟੀਫਾਈਡ ਕਾਈ ਹੈ। ਤੁਸੀਂ ਇਹ 'ਚ ਦੇਖ ਸਕਦੇ ਹੋ, ਇੱਕ ਤਰ੍ਹਾਂ ਦੀ ਕਾਈ ਹੈ। ਇਹ 'ਚ ਹਰਾ ਰੰਗ ਗਾਇਬ ਹੋ ਗਿਆ ਹੈ, ਕਿਉਂਕਿ ਅਸੀਂ ਇਹਨੂੰ ਜਿਹੜੇ ਸੋਲਿਊਸ਼ਨਸ ਵਿੱਚ ਪਾ ਕੇ ਪ੍ਰੀਜ਼ਰਵ ਕੀਤਾ ਹੋਇਆ, ਉਹ ਇਹਦੇ 'ਚੋਂ ਹਰਾ ਰੰਗ ਜਿਹੜੀ ਕਲੋਰੋਫਿਲ ਹੈ ਉਹਨੂੰ ਕੱਢ ਦਿੰਦਾ ਹੈ, ਇਸ ਲਈ ਇਹ ਤੁਹਾਨੂੰ ਸਫੇਦ ਦਿਖ ਰਿਹਾ। ਬਟ ਇਸ ਦੇ ਜਿਹੜੇ ਸਪੈਸੀਮਨ ਲਾਈਵ ਸਪੈਸੀਮਨਸ ਨੇ ਉਹ ਸਾਡੀ ਲਾਈਵ ਰੈਪੋਜ਼ਿਟਰੀ 'ਚ ਵੀ ਅਵੇਲੇਬਲ ਨੇ। ਤੁਸੀਂ ਉਹਨਾਂ ਨੂੰ ਵੀ ਦੇਖ ਸਕਦੇ ਹੋ। ਅਸੀਂ ਇਹਨਾਂ ਨੂੰ ਬਹੁਤ ਹੀ ਡਿਫਰੈਂਟ ਹੈ ਕਿ ਕਾਈ ਜਿਹੜੀ ਉਹ ਵੀ ਪ੍ਰੀਜ਼ਰਵ ਕਰਕੇ ਰੱਖੀ ਹੋਈ ਹੈ ਔਰ ਦੇਖਣ ਨੂੰ ਸਾਨੂੰ ਮਿਲਦੀ ਹੈ ਵੀ ਕਿੰਨੀਆਂ। ਸਰ ਇੱਕ ਇਹ ਵੀ ਪੁੱਛੇ ਕਿ ਕਿੰਨੀਆਂ ਕੁ ਪੁਰਾਣੀਆਂ ਜਿਹੜੀਆਂ ਇੱਥੇ ਆਪਣੇ ਕੋਲ ਕਾਈਆਂ ਪਈਆਂ ਨੇ? ਹਾਂਜੀ, ਜਿਹੜੀ ਹੁਣ ਇਹ ਸਪੈਸੀਮਨ ਤੁਹਾਨੂੰ ਮੈਂ ਦਿਖਾ ਰਿਹਾ, ਇਹ 1968 ਦਾ ਸਪੈਸੀਮਨ ਹੈ। ਸੋ
ਆਲਮੋਸਟ ਤੁਸੀਂ ਕਹਿ ਸਕਦੇ ਹੋ ਕਿ 50-50 ਸਾਲ ਪੁਰਾਣੇ ਸਪੈਸੀਮਨਸ ਸਾਡੇ ਕੋਲ ਹੈਗੇ ਨੇ। 50 ਤੋਂ ਵੱਧ ਹੀ ਹੋਣਗੇ, ਘੱਟ ਨਹੀਂ ਹੋਣ। ਇੱਕ ਚੀਜ਼ ਪ੍ਰੋਫੈਸਰ ਸਾਹਿਬ ਸਾਨੂੰ ਦੱਸਿਓ ਕਿ ਜਿੰਨੀਆਂ ਵੀ ਇੱਥੇ ਚੀਜ਼ਾਂ ਪਈਆਂ ਨੇ, ਕੀ ਉਹਦਾ ਅੰਤ ਵੀ ਹੈਗਾ ਹੈ ਜਾਂ ਫਿਰ ਸਾਡੇ ਕੋਲੇ ਨਵੀਆਂ-ਨਵੀਆਂ ਚੀਜ਼ਾਂ ਮਿਲਦੀਆਂ ਨੇ ਤੇ ਸਾਨੂੰ ਹੋਰ ਚੀਜ਼ਾਂ ਮਿਲੀ ਜਾਂਦੀਆਂ ਨੇ? ਦੇਖੋ ਜੀ, ਜਿਵੇਂ ਅਸੀਂ ਇਹ ਗੱਲ ਕਰਦੇ ਹਾਂ ਵੀ ਬਹੁਤ ਸਾਰੇ ਪੌਦੇ ਲੁਪਤ ਹੋਈ ਜਾ ਰਹੇ ਨੇ, ਮਤਲਬ ਉਹ ਧਰਤੀ ਤੋਂ ਖਤਮ ਹੋਈ ਜਾ ਰਹੇ ਨੇ। ਜੇ ਕੁਝ ਪੌਦੇ ਲੁਪਤ ਹੋ ਰਹੇ ਨੇ ਤੇ ਨਵੇਂ ਪੌਦੇ ਵੀ ਸਾਨੂੰ ਮਿਲ ਰਹੇ ਨੇ, ਸੋ ਇਹਦਾ ਕੋਈ ਅੰਤ ਨਹੀਂ ਹੈ। ਮਤਲਬ ਨਵੀਆਂ ਚੀਜ਼ਾਂ, ਨਵੀਆਂ ਖੋਜਾਂ ਆਈ ਜਾ ਰਹੀਆਂ ਨੇ। ਪ੍ਰਕਿਰਤੀ ਵੀ ਚੱਲ ਰਹੀ ਹੈ ਜੀ ਆਪਣੇ ਹਿਸਾਬ ਨਾਲ, ਤੇ ਇਨਸਾਨ ਉਹ ਜਿਹੜੀ ਆਪਣੀ ਰਿਸੋਰਸਿਸ ਨੇ ਉਹਨਾਂ ਨੂੰ ਵੀ ਖਰਾਬ ਕਰ ਰਿਹਾ। ਮੈਂ ਆਸ ਕਰਦਾ ਵੀ ਰੱਬ ਸਾਰਿਆਂ ਨੂੰ ਥੋੜੀ ਅਕਲ ਦੇਵੇ ਕਿ ਵੀ ਅਸੀਂ ਆਪਣੀ ਪ੍ਰਕਿਰਤੀ ਨੂੰ ਬਚਾ ਕੇ ਰੱਖੀਏ। ਜਿਹੜੀ ਨੌਲੇਜ ਸ਼ੇਅਰਿੰਗ ਹੈ ਉਹੀ ਇੱਕ ਤਰੱਕੀ ਹੈ, ਕਿਉਂਕਿ ਜੋ 1800 ਸੰਨ ਦੀਆਂ ਬੁੱਕਸ ਇੱਥੇ ਪਈਆਂ ਨੇ ਔਰ ਜੋ ਕਰੰਟ ਦੇ ਵਿੱਚ ਇੱਥੇ ਬੁੱਕਸ ਪਈਆਂ ਨੇ, ਉਹ ਕਿਤੇ ਨਾ ਕਿਤੇ ਫ੍ਰੀ 'ਚ ਪੜ੍ਹਨ ਨੂੰ ਸਾਨੂੰ ਮਿਲਦੀਆਂ ਨੇ। ਸੋ ਜਿਹੜੇ ਪੜ੍ਹਨਾ ਚਾਹੁੰਦੇ ਨੇ, ਜਿਹੜੇ ਦੇਖਣਾ ਚਾਹੁੰਦੇ ਨੇ, ਸਮਝਣਾ ਚਾਹੁੰਦੇ ਨੇ, ਸੋ ਇੱਥੇ ਆ ਕੇ ਉਹ ਵੀ ਦੇਖ ਸਕਦੇ ਨੇ, ਪੜ੍ਹ ਸਕਦੇ ਨੇ।